ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੀਆਂ ਜੋ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਤੇ ਆਪਣੇ ਆਪਣੇ ਘਰਾਂ ਦੇ ਵਿੱਚ ਟੈਲੀਵਿਜ਼ਨ ਔਰ ਮੀਡੀਆ ਦੇ ਮਾਧਿਅਮ ਰਾਹੀਂ ਇਸ ਸਥਾਨ ਤੋਂ ਸਰਵਣ ਕਰਦੀਆਂ ਹੋ ਉਹਨਾਂ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਆਰੰਭਣ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਸਤਿਗੁਰੂ ਜੀ ਆਪ ਰਸਨਾ ਉੱਤੇ ਵਰਤ ਕਰਕੇ ਆਪਣੀ ਬਾਣੀ ਆਪਣੇ ਸ਼ਬਦ ਦੀ ਵਿਚਾਰ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਔਰ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਵਾਰਾਂ ਤੇ ਵਧੀਕ ਮਹੱਲਾ ਪਹਿਲਾ। ਨਾਨਕ ਲੱਗੀ ਤੁਰ ਮਰੈ, ਜੀਵਨ ਨਾਹੀ ਤਾਣ। ਚੁਟ ਸੇਤੀ ਜੋ ਮਰੈ, ਲੱਗੀ ਸਾ ਪ੍ਰਮਾਣ। ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਔਰ ਪਿਆਰ ਦੇ ਨਾਲ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਾਵਨ ਬਚਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਸ਼ਲੋਕ ਰੂਪ ਦੇ ਅੰਦਰ ਸ਼ਲੋਕ ਵਾਰਾਂ ਤੇ ਵਧੀਕ ਸਿਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 1411 ਦੇ ਉੱਪਰ ਸੁਭਾਇਮਾਨ ਹੈ। ਅੱਜ ਦੇ ਇਹਨਾਂ ਸ਼ਲੋਕਾਂ ਤੋਂ ਪਹਿਲਾਂ ਆਪ ਸੰਗਤਾਂ ਗੁਰੂ ਨਾਨਕ ਸਾਹਿਬ ਜੀ ਦੇ ਕੁੱਲ 12 ਸ਼ਲੋਕਾਂ ਦੀ ਵਿਚਾਰ ਕੱਲ ਦੇ ਦੀਵਾਨਾਂ ਤੱਕ ਸਰਵਣ ਕਰ ਚੁੱਕੀਆਂ ਹੋ। ਅੱਜ ਅਗਲੇਰੇ 2 ਸ਼ਲੋਕਾਂ ਦਾ ਪਾਠ ਆਪ ਸੰਗਤ ਨੇ ਸਰਵਣ ਕੀਤਾ ਹੈ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੇ ਅੱਜ ਜੋ ਉਪਦੇਸ਼ ਬਖਸ਼ਿਸ਼ ਕੀਤਾ, ਜੋ ਸਭ ਤੋਂ ਪਹਿਲਾਂ ਸਤਿਗੁਰੂ ਜੀ ਨੇ ਵਿਚਾਰ ਦਿੱਤੀ, ਉਹਦੇ ਵਿੱਚ ਨਾ ਮਾਲਕ ਜੀ ਨੇ
ਆਪਣੇ ਭਾਵ ਨੂੰ ਮਾਰਨ ਦੀ ਗੱਲ ਕੀਤੀ ਹੈ। ਆਪਣੇ ਆਪੇ ਨੂੰ ਮਾਰਨ ਦੀ ਗੱਲ ਕੀਤੀ। ਇੱਕ ਖਿਆਲ ਰੱਖਿਓ, ਜਦੋਂ ਵੀ ਲੀਨਤਾ ਦੀ ਬਾਤ ਆਉਂਦੀ ਹੈ ਨਾ, ਕਿਸੇ ਨਾਲ ਮਿਲਾਪ ਦੀ ਬਾਤ ਆਉਂਦੀ ਹੈ, ਇਕਮਿਕਤਾ ਦੀ ਬਾਤ ਆਉਂਦੀ ਹੈ, ਉਦੋਂ ਆਪਣੀ ਹੋਂਦ ਨੂੰ ਖਤਮ ਕਰਨਾ ਪੈਂਦਾ। ਉਹਦੇ ਤੋਂ ਬਿਨਾਂ ਕਦੇ ਮਿਲਾਪ ਜਿਹੜਾ ਉਹ ਨਹੀਂ ਹੋਇਆ। ਮਤਲਬ ਇਉਂ ਕਹਿ ਲਈਏ ਵੀ ਜੇ ਅਸੀਂ ਕਿਸੇ ਸ਼ਖਸ ਦੇ ਨਾਲ ਮਿੱਤਰਤਾ ਵੀ ਕਰਨੀ ਹੈ ਨਾ, ਤੇ ਉਹਦੇ ਨਾਲ ਮਿੱਤਰਤਾ ਕਰਨ ਤੋਂ ਪਹਿਲਾਂ ਕੁਝ ਕੁ ਵਿਚਾਰਾਂ ਐਸੀਆਂ ਨੇ ਜਿਨ੍ਹਾਂ ਦਾ ਸਾਨੂੰ ਤਿਆਗ ਕਰਨਾ ਪੈਂਦਾ ਹੈ। ਜੇ ਅਸੀਂ ਉਹਨਾਂ ਵਿਚਾਰਾਂ ਦਾ ਤਿਆਗ ਨਹੀਂ ਕਰਦੇ ਤੇ ਸਾਡੀ ਮਿੱਤਰਤਾ ਜਿਹੜੀ ਉਹ ਨਹੀਂ ਬਣਦੀ, ਜਾਂ ਆਪਸੀ ਮਿਲਾਪ ਜਿਹੜਾ ਉਹ ਨਹੀਂ ਬਣਦਾ। ਇੱਕ ਸ਼ਖਸ ਦੇ ਨਾਲ ਮਿੱਤਰਤਾ ਲਈ, ਇੱਕ ਸ਼ਖਸ ਦੇ ਨਾਲ ਮਿਲਾਪ ਦੇ ਲਈ ਸਾਨੂੰ ਆਪਣੀ ਕੁਝ ਕੁ ਹੋਂਦ ਜਿਹੜੀ ਹੈ ਉਹਨੂੰ ਗਵਾਉਣਾ ਪਿਆ। ਜੇ ਕਿਸੇ ਪਦਾਰਥ ਦੀ ਵੀ ਗੱਲ ਕਰਦੇ ਆਂ, ਵਸਤੂ ਦੀ ਵੀ ਗੱਲ ਕਰਦੇ ਆਂ, ਉਹਨੂੰ ਦੂਜੀ ਵਸਤੂ ਵਿੱਚ ਜੇ ਮਿਲਾਇਆ ਜਾਏ ਤੇ ਉਹ ਇਕਮਿਕਤਾ ਤਾਂ ਹੀ ਹਾਸਲ ਕਰਦੇ ਨੇ ਜੇ ਇੱਕ ਵਸਤੂ ਆਪਣੀ ਹੋਂਦ ਨੂੰ ਛੱਡਦੀ ਹੈ ਤਾਂ ਉਹ ਦੂਜੇ ਦਾ ਮਿਲਾਪ ਹਾਸਲ ਕਰਦੀ ਹੈ। ਜਿਵੇਂ ਆਪਾਂ ਅਕਸਰ ਜਦੋਂ ਗੁਰਬਾਣੀ ਨੂੰ ਪੜ੍ਹਦੇ ਆਂ ਤੇ ਸਤਿਗੁਰਾਂ ਜੀ ਦਾ ਇੱਕ ਪਾਵਨ ਬਚਨ ਆਪ ਦੀਆਂ ਰਸਨਾਵਾਂ ਤੇ ਰਹਿੰਦਾ ਹੈ, ਜਿੱਥੇ ਉਹ ਆਪਣੇ ਮਨ ਨੂੰ ਸੰਬੋਧਨ ਕਰਦਿਆਂ ਹੋਇਆਂ ਸਤਿਗੁਰੂ ਜੀ ਇਹ ਆਖਦੇ ਵੀ ਹੇ ਮੇਰੇ ਮਨਾ, ਰੱਬ ਦੇ ਨਾਲ ਐਸਾ ਪ੍ਰੇਮ ਪਾ, ਐਸਾ ਪਿਆਰ ਪਾ ਜਿਵੇਂ ਜਲ ਔਰ ਦੁੱਧ ਦਾ ਹੈ। ਹੁਣ ਪਾਣੀ ਭਾਵੇਂ ਜਿੰਨੀ ਮਰਜ਼ੀ ਵੱਧ ਮਾਤਰਾ ਵਿੱਚ ਹੋਵੇ, ਪਰ ਜਦੋਂ ਉਹਨੂੰ ਦੁੱਧ ਵਿੱਚ ਮਿਲਾਇਆ ਜਾਂਦਾ ਪਾਣੀ ਆਪਣੀ ਹੋਂਦ ਛੱਡ ਦਿੰਦਾ ਹੈ, ਉਹ ਦੁੱਧ ਦਾ ਰੂਪ ਲੈ ਜਾਂਦਾ। ਇਕਮਿਕਤਾ ਤਾਂ ਹੀ ਹੁੰਦੀ ਹੈ ਨਾ ਜੇ ਉਹ ਆਪਣੀ ਹੋਂਦ ਨੂੰ ਤਿਆਗਦਾ ਹੈ, ਆਪਣੀ ਹੋਂਦ ਨੂੰ ਛੱਡਦਾ ਹੈ, ਫਿਰ ਇਕਮਿਕਤਾ ਹੋ ਜਾਂਦੀ ਹੈ। ਅੱਜ ਗੁਰੂ ਨਾਨਕ ਸਾਹਿਬ ਨੇ ਸਾਨੂੰ ਰੱਬ ਦੇ ਨਾਲ ਮਿਲਾਪ ਲਈ, ਰੱਬ ਦੇ ਨਾਲ ਮੇਲ ਦੇ ਲਈ ਪ੍ਰੇਰਨਾ ਦਿੱਤੀ ਵੀ ਜੇ ਤੂੰ ਰੱਬ ਦੇ ਨਾਲ ਆਪਣਾ ਆਪਾ ਮਿਲਾਉਣਾ ਚਾਹੁੰਦਾ, ਜੇ ਚਾਹੁੰਦਾ ਕਿ ਤੇਰਾ ਮੇਲ ਉਸ ਅਕਾਲ ਪੁਰਖ ਪਰਮੇਸ਼ਵਰ ਨਾਲ ਬਣ ਜਾਏ, ਤੇ ਸਭ ਤੋਂ ਪਹਿਲਾਂ ਇਉਂ ਕਰਕੇ ਆਪਣਾ ਭਾਵ ਜਿਹੜਾ ਨਾ ਉਹਨੂੰ ਗਵਾ, ਆਪਣੇ ਭਾਵ ਨੂੰ ਖਤਮ ਕਰ, ਫਿਰ ਉਹਦੇ ਨਾਲ ਕਿਤੇ ਜਾ ਕੇ ਲੀਨਤਾ, ਉਹਦੇ ਨਾਲ ਕਿਤੇ ਜਾ ਕੇ ਮਿਲਾਪ ਜਿਹੜਾ ਉਹ ਬਣਦਾ। ਕਰਨੀ ਉਹਦੇ ਨਾਲ ਲੀਨਤਾ ਹਾਸਲ ਹੈ। ਤੇ ਸਤਿਗੁਰੂ ਜੀ ਨੇ ਨਾ ਆਪਣੇ ਭਾਵ ਨੂੰ ਮਾਰਨ ਦੀ ਗੱਲ ਕੀਤੀ ਤੇ ਕਹਿੰਦੇ ਨਾਨਕ ਲੱਗੀ ਤੁਰ ਮਰੈ ਜੀਵਨ ਨਾਹੀ ਤਾਣ। ਹੁਣ ਇੱਥੇ ਲੱਗੀ ਭਾਵ ਚੋਟ, ਐਸਾ ਫੱਟ ਲੱਗਣਾ, ਐਸੀ ਚੋਟ ਲੱਗਣੀ। ਤੁਰ ਮਰੈ, ਤੁਰ ਦਾ ਮਤਲਬ ਤੁਰੰਤ, ਉਸੇ ਵਕਤ, ਔਨ ਦੀ ਸਪੋਟ, ਕਿ ਹੇ ਨਾਨਕ ਐਸਾ ਚੋਟ ਦਾ ਲੱਗਣਾ, ਐਸਾ ਫੱਟ ਦਾ ਲੱਗਣਾ ਕਿ ਫੱਟ ਲੱਗਦਿਆਂ ਔਨ ਦੀ ਸਪੋਟ ਮੌਤ ਹੋ ਜਾਣੀ, ਮਰ ਜਾਣਾ ਉਸੇ ਥਾਂ ਦੇ ਉੱਤੇ। ਜੀਵਨ ਨਾਹੀ ਤਾਣ, ਤੇ ਐਸਾ ਮਰਨਾ ਕਿ ਆਪਣੇ ਜੀਵਨ ਦਾ ਬਲ ਤੱਕ ਛੱਡ ਦੇਣਾ, ਮਤਲਬ ਆਪਾ ਭਾਵ ਗਵਾ ਦੇਣਾ, ਆਪੇ ਭਾਵ ਤੋਂ ਤੇ ਆਪਾ ਭਾਵ ਵਾਲੇ ਜੀਵਨ ਦਾ ਬਲ ਜਿਹੜਾ ਉਹ ਖਤਮ ਹੋ ਜਾਣਾ, ਉਹਨੂੰ ਬਿਲਕੁਲ ਛੱਡ ਦੇਣਾ। ਤੇ ਉਹ ਜਿਹੜੀ ਚੋਟ ਹੈ ਲੱਗੀ ਹੋਈ, ਸਤਿਗੁਰੂ ਕਹਿੰਦੇ ਉਹੀ ਅਸਲ ਦੇ ਅੰਦਰ ਹੈ, ਜਿਹੜੀ ਲੱਗਦਿਆਂ ਸਾਰ ਉਸੇ ਥਾਂ ਤੇ ਮੌਤ ਹੋ ਜਾਏ। ਜਿਵੇਂ ਭਗਤ ਕਬੀਰ ਸਾਹਿਬ ਜੀ ਦੀ ਜਦੋਂ ਆਪਾਂ ਰਚਨਾਵਾਂ ਨੂੰ ਪੜ੍ਹਦੇ ਆ ਨਾ, ਉਹਨਾਂ ਦੀ ਪਾਵਨ ਬਾਣੀ ਪੜ੍ਹਦੇ ਆ, ਤੇ ਬਾਬਾ ਕਬੀਰ ਜੀ ਨੇ ਬੜਾ ਪਿਆਰਾ ਇੱਕ ਜ਼ਿਕਰ ਕੀਤਾ। ਤੇ ਉਹਨਾਂ ਸਭ ਤੋਂ ਪਹਿਲਾਂ ਆਖਿਆ ਸੀ, ਕਹਿੰਦੇ ਕਬੀਰ ਚੋਟ ਸੁਹੇਲੀ ਸੇਲ ਕੀ ਲਾਗਤ ਲੈ ਉਸਾਸ। ਐਸੀ ਚੋਟ ਹੈ ਕਿ ਲੱਗਦਿਆਂ ਸਾਰੀ ਸਾਹ ਜਿਹੜੇ ਉਹ ਖਿੱਚ ਲੈਂਦੀ ਹੈ।
ਹੁਣ ਉਹ ਚੋਟ ਕਿਹੜੀ ਹੈ, ਤੇ ਨਾਲ ਹੀ ਬਾਬਾ ਕਬੀਰ ਸਾਹਿਬ ਨੇ ਦੱਸਿਆ ਵੀ ਚੋਟ ਵੱਜਣੀ ਕਿਵੇਂ ਹੈ ਤੇ ਉਹ ਸਹਾਰੇਗਾ ਜਿਹੜਾ ਉਹਦੇ ਜੀਵਨ ਵਿੱਚ ਉਹਨੂੰ ਪ੍ਰਾਪਤੀ ਕੀ ਹੈ। ਕਬੀਰ ਚੋਟ ਸੁਹੇਲੀ ਸੇਲ ਕੀ ਲਾਗਤ ਲੈ ਉਸਾਸ, ਚੋਟ ਸਹਾਰੈ ਸ਼ਬਦ ਕੀ ਤਾਸ ਗੁਰੂ ਮੈਂ ਦਾਸ। ਕਹਿੰਦੇ ਜੇ ਕਿਤੇ ਇੱਕ ਜੀਵ, ਇੱਕ ਸ਼ਖਸ ਸ਼ਬਦ ਦੀ ਚੋਟ ਨੂੰ ਸਹਾਰ ਲੈਂਦਾ, ਸ਼ਬਦ ਦੀ ਚੋਟ ਨੂੰ ਸਹਿ ਲੈਂਦਾ, ਤਾਸ ਗੁਰੂ, ਉਹ ਮੇਰਾ ਗੁਰੂ ਹੈ ਤੇ ਮੈਂ ਉਹਦਾ ਦਾਸ, ਉਹਦਾ ਸੇਵਕ ਹਾਂ। ਮਤਲਬ ਇਹ ਹੈ ਵੀ ਸ਼ਬਦ ਦੀ ਚੋਟ ਨੂੰ ਸਹਾਰਨਾ ਬਹੁਤ ਮੁਸ਼ਕਲ ਹੈ। ਸ਼ਬਦ ਦੀ ਚੋਟ ਨੂੰ ਆਪਣੇ ਜੀਵਨ ਅੰਦਰ ਸਹਿ ਲੈਣਾ ਬੜਾ ਕਠਿਨ ਹੈ। ਤੇ ਬਾਬਾ ਕਬੀਰ ਜੀ ਕਹਿੰਦੇ ਵੀ ਜਿਹੜਾ ਸਹਿ ਲੈਂਦਾ ਉਹ ਮੇਰਾ ਗੁਰੂ ਹੈ ਤੇ ਮੈਂ ਉਹਦਾ ਸੇਵਕ ਹਾਂ। ਇੱਕ ਹੋਰ ਬੜਾ ਪਿਆਰਾ ਸਤਿਗੁਰੂ ਜੀ ਜ਼ਿਕਰ ਕਰਦੇ, ਕਿਉਂਕਿ ਜਦੋਂ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਦੇ ਆ ਨਾ ਤੇ ਉਹਨਾਂ ਨੇ ਬੜਾ ਪਿਆਰਾ ਜ਼ਿਕਰ ਕੀਤਾ। ਕਹਿੰਦੇ ਕਬੀਰ ਸਤਿਗੁਰ ਸੂਰਮੈ ਬਾਹਿਆ ਬਾਣ ਜੋ ਏਕ, ਲਾਗਤ ਹੀ ਭੋਏ ਗਿਰ ਭਰਿਆ ਪਰਾ ਕਲੇਜੇ ਛੇਕ। ਉਸੇ ਵਕਤ ਮੇਰੇ ਕਲੇਜੇ 'ਚ ਛੇਕ ਪੈ ਗਿਆ। ਉਹ ਬਸ ਗੁਰੂ ਨੇ ਐਸਾ ਬਾਣ ਮਾਰਿਆ, ਐਸਾ ਉਹਨੇ ਤੀਰ ਚਲਾਇਆ ਕਿ ਉਹ ਚੱਲਿਆ ਹੋਇਆ ਤੀਰ ਮੇਰੇ ਪ੍ਰਾਣ ਲੈ ਕੇ ਨਿਕਲਿਆ। ਉਹਨੇ ਕਲੇਜੇ 'ਚ ਛੇਕ ਪਾਤਾ। ਔਰ ਇੱਕ ਹੋਰ ਬੜਾ ਪਿਆਰਾ ਉਹਨਾਂ ਜ਼ਿਕਰ ਕੀਤਾ ਵੀ ਇੱਕ ਕਹਿੰਦੇ ਸੱਚੇ ਗੁਰੂ ਨੇ ਨਾ ਸ਼ਬਦ ਦਾ ਬਾਣ ਚਲਾਇਆ। ਸ਼ਬਦ ਦਾ ਜਿਹੜਾ ਬਾਣ ਸੀ ਉਹ ਕਹਿੰਦੇ ਕਬੀਰ ਸੱਚ ਹੈ ਸਤਿਗੁਰੂ ਸ਼ਬਦ ਜੋ ਬਾਹਿਆ ਏਕ, ਲਾਗਤ ਹੀ ਭੋਏ ਮਿਲ ਗਿਆ ਪਰਾ ਕਲੇਜੇ ਛੇਕ। ਹੁਣ ਗੁਰੂ ਦਾ ਬਾਹਿਆ ਹੋਇਆ ਇੱਕ ਸ਼ਬਦ ਦਾ ਬਾਣ ਹੀ ਸੀ, ਬਸ ਉਹ ਸ਼ਬਦ ਦਾ ਤੀਰ ਸੀ ਜਿਹੜਾ ਲੱਗਿਆ, ਉਹ ਲੱਗਦਿਆਂ ਸਾਰੀ ਲਾਗਤ ਹੀ ਭੋਏ ਮਿਲ ਗਿਆ, ਧਰਤੀ ਨਾਲ ਹੀ ਮਿਲ ਗਿਆ, ਮਿੱਟੀ ਹੋ ਗਿਆ। ਮਤਲਬ ਆਪਾਂ ਭਾਵ ਖਤਮ ਹੋ ਗਿਆ, ਖੇ ਹੋ ਗਿਆ ਉਸੇ ਵਕਤ। ਜਦੋਂ ਤੱਕ ਸਾਡੀ ਹੋਂਦ ਹੈ, ਮਤਲਬ ਸਾਡੇ ਸਵਾਸ ਚੱਲ ਰਹੇ ਨੇ, ਉਦੋਂ ਤੱਕ ਬੰਦਾ ਆਪਣੀ ਹੋਂਦ ਵੱਖਰੀ ਸਮਝਦਾ। ਤੇ ਜਿਸ ਸਰੀਰ ਦੇ ਵਿੱਚੋਂ ਪ੍ਰਾਣ ਨਿਕਲ ਜਾਣ, ਜਿੰਦ ਨਿਕਲ ਜਾਂਦੀ ਹੈ, ਉਹਨੂੰ ਆਪਾਂ ਮਿੱਟੀ ਹੀ ਆਖਦੇ ਆਂ ਵੀ ਅੱਜ ਇਹ ਮਿੱਟੀ ਹੋ ਚੁੱਕਿਆ, ਅੱਜ ਇਹਦੇ ਪੱਲੇ ਕੁਝ ਵੀ ਨਹੀਂ ਬਚਿਆ, ਕਿਉਂਕਿ ਇਹਦੇ ਸਰੀਰ ਵਿੱਚੋਂ ਜਾਨ, ਇਹਦੇ ਸਰੀਰ ਵਿੱਚੋਂ ਪ੍ਰਾਣ ਸਵਾਸ ਜਿਹੜੇ ਉਹ ਮੁੱਕ ਚੁੱਕੇ ਨੇ। ਹੁਣ ਬਾਬਾ ਕਬੀਰ ਜੀ ਆਖਦੇ, ਕਹਿੰਦੇ ਸੱਚੇ ਸਤਿਗੁਰੂ ਨੇ ਕੀ ਕੀਤਾ, ਸ਼ਬਦ ਜੋ ਬਾਹਿਆ ਏਕ, ਉਹਨਾਂ ਨੇ ਇੱਕ ਸ਼ਬਦ ਵਾਹਿਆ ਤੇ ਉਹ ਜਿਹੜਾ ਵਾਹਿਆ ਹੋਇਆ ਸ਼ਬਦ ਸੀ ਨਾ, ਲਾਗਤ ਹੀ ਭੋਏ ਮਿਲ ਗਿਆ। ਉਹ ਲੱਗਦਿਆਂ ਸਾਰੀ ਮੈਂ ਭੋਏ ਨਾਲ ਮਿਲ ਗਿਆ, ਮਤਲਬ ਮਿੱਟੀ ਹੋ ਗਿਆ। ਤੇ ਉਹ ਮਿੱਟੀ ਐਸਾ ਹੋਇਆ ਕਿ ਪਰਾ ਕਲੇਜੇ ਛੇਕ, ਉਹਨੇ ਕਲੇਜੇ ਵਿੱਚ ਮੇਰੇ ਛੇਕ ਪਾ ਕੇ ਰੱਖਤਾ। ਫਿਰ ਬੜਾ ਪਿਆਰਾ ਇੱਕ ਜ਼ਿਕਰ ਕੀਤਾ ਜਿੱਥੇ ਬਾਬਾ ਕਬੀਰ ਜੀ ਇਹ ਕਹਿੰਦੇ ਵੀ ਗੂੰਗਾ ਹੁਆ ਬਾਵਰਾ ਬਹਿਰਾ ਹੁਆ, ਕਾਣ ਪਾਵੋਂ ਤੇ ਪਿੰਗਲ ਭਇਆ, ਮਾਰਿਆ ਸਤਿਗੁਰ ਬਾਣ। ਗੁਰੂ ਨੇ ਐਸਾ ਬਾਣ ਮਾਰਿਆ ਕਿ ਹੁਣ ਗੂੰਗਾ ਵੀ ਹੋ ਗਿਆ ਮੈਂ, ਬੌਰਾ ਵੀ ਹੋ ਗਿਆ, ਪੈਰਾਂ ਤੋਂ ਪਿੰਗਲਾ ਵੀ ਹੋ ਗਿਆ। ਬਸ ਗੁਰੂ ਦਾ ਇੱਕ ਬਾਣ ਚੱਲਣ ਦੀ ਦੇਰ ਸੀ। ਕਿੱਡੀ ਹੈਰਾਨੀ ਦੀ ਗੱਲ ਹੈ, ਕਿਉਂਕਿ ਇੱਥੇ ਇਹ ਸਾਰੀਆਂ ਚੀਜ਼ਾਂ ਨਾ ਆਪਣੀ ਜ਼ੁਬਾਨ ਕਰਕੇ ਨਹੀਂ ਗੂੰਗੇ ਹੋਣ ਦੀ ਬਾਤ, ਜਾਂ ਉੱਥੇ ਬੌਰਾ ਮੈਂਟਲੀ ਅਪਸੈਟ ਹੋ ਜਾਣਾ ਨਹੀਂ, ਜਾਂ ਪੈਰਾਂ ਤੋਂ ਪਿੰਗਲਿਆਂ ਹੋ ਜਾਣਾ। ਉੱਥੇ ਇਹ ਨਹੀਂ ਵੀ ਸਾਡੇ ਸਰੀਰਕ ਜਿਹੜੇ ਪੈਰ ਲੱਤਾਂ ਨੇ ਅਸੀਂ ਇਹਨਾਂ ਤੋਂ ਚੱਲਣ ਤੋਂ ਅਸਮਰੱਥ ਹੋ ਜਾਂਦੇ ਆ, ਨਹੀਂ। ਉੱਥੇ ਗੱਲ ਹੈ ਆਪਣਤ ਨੂੰ ਛੱਡ ਦੇਣਾ। ਮਤਲਬ ਜਿਹੜੀ ਜ਼ੁਬਾਨ ਦਿਨ ਰਾਤ ਨਿੰਦਿਆ ਤੇ ਝੂਠੀ ਉਸਤਤ ਵਿੱਚ ਫਸੀ ਪਈ ਸੀ ਨਾ, ਉਲਝੀ ਪਈ ਸੀ, ਉਹ ਹੁਣ ਜ਼ੁਬਾਨ ਗੂੰਗੀ ਹੋ ਗਈ। ਹੁਣ ਇਹ ਨਾ ਝੂਠੀ ਨਿੰਦਿਆ ਕਰਦੀ ਹੈ ਤੇ ਨਾ ਹੀ ਉਸਤਤ ਕਰਦੀ ਹੈ, ਇਹਨੇ ਛੱਡਤਾ। ਹੁਣ ਇਹ ਜ਼ੁਬਾਨ ਜਿਹੜੀ ਨਾ, ਭਗਤ ਕਬੀਰ ਸਾਹਿਬ ਕਹਿੰਦੇ ਵੀ ਮੈਂ ਗੂੰਗਾ ਹੋ ਗਿਆ, ਮਤਲਬ ਮੇਰਾ ਮਨ ਗੂੰਗਾ ਹੋ ਗਿਆ। ਹੁਣ ਮਨ ਵਿਚਲੀਆਂ ਜਿਹੜੀਆਂ ਪਹਿਲੋਂ ਵਿਚਾਰਾਂ ਉੱਠਦੀਆਂ ਸੀ ਨਾ, ਉਹ ਵਿਚਾਰਾਂ ਖਤਮ ਹੋ ਗਈਆਂ, ਮਤਲਬ ਮਨ ਗੂੰਗਾ ਹੋ ਗਿਆ ਤੇ ਬਾਬਰਾ ਵੀ ਹੋ ਗਿਆ। ਬਾਬਰਾ ਹੀ ਹੋ ਜਾਣਾ ਨਾ ਜਦੋਂ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਜਦੋਂ ਗੁਰੂ ਨੇ ਇੱਕ ਬਾਣ ਐਸਾ ਚਲਾਇਆ, ਉਸ ਬਾਣ ਨੇ ਸੰਸਾਰ ਵਾਲੇ ਪਾਸੇ ਤੋਂ ਉਪਰਾਮ ਕਰਤਾ, ਸੰਸਾਰ ਵਾਲੇ ਪਾਸੇ ਤੋਂ ਉਹਨੇ ਮੈਨੂੰ ਬਿਲਕੁਲ ਵੱਖਰਿਆਂ ਕਰਤਾ, ਤਿਆਗੀ ਬਣਾ ਦਿੱਤਾ। ਸੰਸਾਰ ਦਾ ਮੋਹ ਮੇਰੇ ਮਨ ਚੋਂ ਖਤਮ ਹੋ ਗਿਆ, ਸੰਸਾਰ ਪ੍ਰਤੀ ਉਤਸ਼ਾਹ ਮਨ ਚੋਂ ਖਤਮ ਹੋ ਗਿਆ। ਹੁਣ ਕੇਵਲ ਇੱਕ ਗੁਰੂ ਦੇ ਪ੍ਰਤੀ ਜਿਹੜਾ ਮਨ ਵਿੱਚ ਪ੍ਰੇਮ ਹੈ, ਇੱਕ ਗੁਰੂ ਦੇ ਪ੍ਰਤੀ ਮਨ ਵਿੱਚ ਭਰੋਸਾ ਰਹਿ ਗਿਆ। ਉਹ ਕੀ ਹੈ, ਬਾਵਰਾ ਹੋ ਜਾਣਾ।
ਇਸੇ ਕਰਕੇ ਬਾਬਾ ਕਬੀਰ ਜੀ ਨੇ ਬਾਣੀ ਚ ਆਖਿਆ ਸੀ ਵੀ ਮੈਂ ਬੌਰਾ ਸਭ ਖਲਕ ਸਿਆਣੀ, ਮੇਰੇ ਬਾਬਾ ਮੈਂ ਬੌਰਾ। ਖਲਕਤ ਸਾਰੀ ਸਿਆਣੀ ਹੈ। ਇਹੋ ਕਾਰਨ ਸੀ ਜਦੋਂ ਸੰਸਾਰ ਵਾਲੇ ਪਾਸੇ ਤੋਂ ਉਪਰਾਮ ਹੋ ਗਏ, ਸੰਸਾਰਕ ਪਦਾਰਥਾਂ ਪ੍ਰਤੀ ਬਹੁਤਾ ਮੋਹ ਨਾ ਰਿਹਾ, ਸੰਸਾਰਕ ਵਸਤੂਆਂ ਪ੍ਰਤੀ ਬਹੁਤੀ ਖਿੱਚ ਨਾ ਰਹੀ, ਤੇ ਉਹਨਾਂ ਕੀ ਕੀਤਾ, ਆਪਣਾ ਆਪਾ ਜਿਹੜਾ ਸਭ ਕੁਝ ਤਿਆਗਤਾ। ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਕਿ ਲੋਕ ਕਹੇ ਕਬੀਰ ਬੌਰਾਨਾ। ਬੌਰਾ ਉਸ ਤਰੀਕੇ ਨਾਲ ਹੋ ਜਾਣਾ, ਮੈਂਟਲੀ ਅਪਸੈਟ, ਸਰੀਰਕ ਤੌਰ ਤੇ ਨਹੀਂ। ਹੁਣ ਉਹ ਬੌਰਾ ਹੋ ਜਾਣਾ ਜਿੱਥੇ ਆ ਕੇ ਸੰਸਾਰ ਕਹਿੰਦਾ ਵੀ ਆ ਬੰਦਾ ਬੌਰਾ ਹੋ ਚੁੱਕਾ ਹੈ, ਪਾਗਲ ਹੋ ਚੁੱਕਾ। ਇਹਦੇ ਪਾਗਲ ਹੋਣ ਦਾ ਕਾਰਨ ਕੀ, ਵੀ ਇਹਨੂੰ ਸੰਸਾਰ ਵਾਲੇ ਪਾਸੇ ਦਿਸਦਾ ਹੀ ਕੁਛ ਨਹੀਂ। ਮਤਲਬ ਸੰਸਾਰ ਵਾਲੇ ਪਾਸੇ ਇਹਦਾ ਖਿਆਲ ਹੀ ਕੋਈ ਨਹੀਂ। ਇਹ ਨਹੀਂ ਵੀ ਉਹ ਸੰਸਾਰ ਵਾਲੇ ਪਾਸੇ ਖਿਆਲ ਨਹੀਂ ਦਿੰਦਾ, ਮਤਲਬ ਸੰਸਾਰਕ ਵਸਤੂਆਂ ਪ੍ਰਤੀ ਕੋਈ ਲਾਲਸਾ ਨਹੀਂ ਰਹੀ, ਸੰਸਾਰਕ ਪਦਾਰਥਾਂ ਪ੍ਰਤੀ ਕੋਈ ਬਹੁਤਾ ਮੋਹ ਨਹੀਂ ਰਿਹਾ। ਜਿਵੇਂ ਦਾ ਜੇ ਕੋਈ ਪਦਾਰਥ ਮਿਲ ਗਿਆ ਉਹਨੂੰ ਗ੍ਰਹਿਣ ਕਰ ਲੈਣਾ, ਉਹਦਾ ਸੇਵਨ ਕਰ ਲੈਣਾ, ਤੇ ਜੇ ਕਿਸੇ ਪਦਾਰਥ ਤੋਂ ਸਖਣਿਆਂ ਵਾਂਝਿਆਂ ਰਹਿ ਜਾਣਾ ਤੇ ਫਿਰ ਕੋਈ ਉਦਾਸੀ ਜਾਂ ਕੋਈ ਮਾਤਮ ਨਹੀਂ ਜਾਂ ਕੋਈ ਸੋਗ ਨਹੀਂ ਕਿ ਆ ਪਦਾਰਥ ਦੀ ਮੈਨੂੰ ਪ੍ਰਾਪਤੀ ਨਹੀਂ ਹੋਈ। ਉਹ ਉਪਰਾਮਤਾ ਜਦੋਂ ਹਾਸਲ ਕਰ ਲੈਂਦਾ ਲੋਕ ਉਦੋਂ ਸਮਝਣ ਲੱਗ ਜਾਂਦੇ ਵੀ ਲੱਗਦਾ ਇਹਦੇ ਦਿਮਾਗ 'ਚ ਫਰਕ ਹੈ। ਸੰਸਾਰਕ ਜੋ ਲੈਂਗੁਏਜ, ਦੁਨੀਆ ਜੋ ਸ਼ਬਦਾਵਲੀ ਵਰਤਦੀ ਹੈ। ਬਾਬਾ ਕਬੀਰ ਜੀ ਕਹਿੰਦੇ ਲੋਕ ਕਹੇ ਕਬੀਰ ਬੌਰਾਨਾ। ਹੁਣ ਕਬੀਰ ਦੇ ਬਾਰੇ ਤੇ ਕਬੀਰ ਆਪ ਹੀ ਜਾਣਦੇ ਨਾ, ਕਬੀਰ ਕਾ ਮਰਮ ਰਾਮ ਪਹਿਚਾਨਾ। ਕਹਿੰਦੇ ਦੁਨੀਆ ਨੂੰ ਨਹੀਂ ਨਾ ਪਤਾ ਵੀ ਮੈਂ ਕਿਸ ਅਵਸਥਾ ਤੇ ਖੜੋਤਾ ਜਾਂ ਮੇਰੀ ਹਾਲਾਤ, ਮੇਰੀ ਹਾਲਤ ਕੈਸੀ ਹੈ, ਇਹ ਦੁਨੀਆ ਨਹੀਂ ਜਾਣਦੀ, ਉਹ ਮੈਂ ਖੁਦ ਜਾਣਦਾ ਕਿ ਕਬੀਰ ਕਾ ਮਰਮ ਰਾਮ ਪਹਿਚਾਨਾ। ਉਹ ਬਾਣ ਦੀ ਖੇਡ ਸਾਰੀ, ਗੂੰਗਾ ਹੂਆ ਬਾਵਰਾ ਬਹਿਰਾ ਹੂਆ, ਕਾਨ ਕੰਨਾਂ ਤੋਂ ਬਹਿਰਾ ਹੋ ਗਿਆ, ਮਤਲਬ ਹੁਣ ਨਹੀਂ ਸੁਣਦਾ ਮਨ। ਜਿਹਨੂੰ ਬਾਬਾ ਫਰੀਦ ਜੀ ਨੇ ਕਦੇ ਆਖਿਆ ਸੀ ਨਾ ਕਿ ਮੈਂ ਆਪਣੇ ਕੰਨਾਂ 'ਚ ਬੁੱਝੇ ਦੇ ਲੇ, ਕੰਨੀ ਬੁੱਝੇ ਦੇ ਰਹਾ ਕਿਤੀ ਵਗੈ ਪੌਣ। ਹੁਣ ਜਿੰਨੀ ਮਰਜ਼ੀ ਹਵਾ ਚੱਲਦੀ ਰਹੇ, ਝੱਖੜ ਚੱਲਦਾ ਰਹੇ, ਹਨੇਰੀ ਚੱਲਦੀ ਰਹੇ, ਮੈਂ ਨਹੀਂ ਮਨ ਦੀ ਵਿਚਾਰ ਨੂੰ ਸੁਣਦਾ, ਮੈਂ ਆਪਣੇ ਕੰਨਾਂ 'ਚ ਬੁੱਝੇ ਦੇ ਲੇ। ਮਤਲਬ ਮਨ ਦੀਆਂ ਇੱਛਾਵਾਂ ਪ੍ਰਤੀ ਮੈਂ ਆਪਣੇ ਮਨ ਦੇ ਕੰਨਾਂ ਨੂੰ ਬੰਦ ਕਰ ਲਿਆ। ਹੁਣ ਜਿਵੇਂ ਮਰਜ਼ੀ ਇੱਛਾਵਾਂ ਪੈਦਾ ਹੋਈ ਜਾਣ, ਮੈਂ ਕਦੇ ਮਨ ਦੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਵਾਲੇ ਪਾਸੇ ਨਹੀਂ ਦੌੜਿਆ। ਕੰਨਾਂ 'ਚ ਬੁੱਝੇ ਦੇ ਲੈਣਾ, ਬਹਿਰਾ ਹੂਆ ਕਾਨ, ਕੰਨਾਂ ਕਰਕੇ ਬਹਿਰਾ ਹੋ ਜਾਣਾ। ਪਾਵੋਂ ਤੇ ਪਿੰਗਲ ਭਇਆ, ਕਿੱਥੇ ਮਨ ਅੱਖ ਝਮਕਣ ਜਿੰਨੇ ਸਮੇਂ ਵਿੱਚ ਸਾਰੇ ਦਾ ਸਾਰਾ ਸੰਸਾਰ ਘੁੰਮ ਲੈਂਦਾ ਸੀ, ਇਹ ਕਿੱਥੇ ਟਿਕਦਾ, ਮਨ ਨਹੀਂ ਜੇ ਕਦੇ ਟਿਕ ਕੇ ਬੈਠਾ। ਪਰ ਜਦੋਂ ਕਹਿੰਦੇ ਗੁਰੂ ਨੇ ਬਾਣ ਚਲਾਇਆ ਨਾ, ਪਾਵੋਂ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਬਾਣ। ਹੁਣ ਗੁਰੂ ਦੇ ਮਾਰੇ ਹੋਏ ਬਾਣ ਨੇ ਮੇਰੇ ਮਨ ਨੂੰ ਪਿੰਗਲਾ ਕਰਕੇ ਰੱਖਤਾ, ਹੁਣ ਇਹ ਭੱਜਣ ਜੋਗਾ ਵੀ ਨਹੀਂ ਰਿਹਾ, ਹੁਣ ਨਹੀਂ ਦੌੜਦਾ, ਕਿਉਂਕਿ ਬਾਣ ਹੀ ਐਸਾ ਵੱਜਾ ਜਦੋਂ ਪੈਰਾਂ ਕਰਕੇ ਪਿੰਗਲਾ ਹੋ ਗਿਆ। ਹੁਣ ਉਹ ਪਿੰਗਲੇ ਹੋਏ ਪੈਰਾਂ ਕਰਕੇ ਮਨ ਨੂੰ ਦੌੜਨ ਦੀ ਸਮਰੱਥਾ ਮਨ ਦੀ ਮੁੱਕ ਗਈ, ਮਨ ਦੀ ਦੌੜਨ ਦੀ ਤਾਕਤ, ਬਲ ਖਤਮ ਹੋ ਗਿਆ। ਹੁਣ ਮਨ ਇੱਕ ਜਗ੍ਹਾ ਤੇ ਸਥਿਰ ਹੋ ਗਿਆ, ਹੁਣ ਦੌੜਦਾ ਨਹੀਂ ਹੈ। ਇਹ ਸਾਰੀ ਕਲਾ ਉਦੋਂ ਵਾਪਰੀ ਜਦੋਂ ਗੁਰੂ ਦੇ ਸ਼ਬਦ ਦਾ ਬਾਣ ਆ ਕੇ ਮਨ ਵਿੱਚ ਲੱਗਦਾ, ਉਹ ਤੋਂ ਬਿਨਾਂ ਨਹੀਂ ਬਣਦੀ ਇਹ ਖੇਡ। ਅੱਜ ਸਤਿਗੁਰੂ ਜੀ ਆਖਦੇ ਨਾਨਕ ਲੱਗੀ ਤੁਰ ਮਰੈ, ਹੇ ਨਾਨਕ ਲੱਗੀ ਤੇ ਉਹ ਹੀ ਹੈ ਜਿਹੜੀ ਲੱਗਦਿਆਂ ਸਾਰ ਮੌਤ ਹੋ ਜੇ। ਔਰ ਜੀਵਨ ਨਹੀਂ ਤਾਣ, ਮੌਤ ਵੀ ਐਸੀ ਕਿ ਹਰ ਤਰ੍ਹਾਂ ਦਾ ਬਲ ਖਤਮ ਹੋ ਜਾਣਾ। ਇਹ ਨਹੀਂ ਵੀ ਬੰਦਾ ਮਰਦਾ ਵੀ ਫੇਰ ਆਪਣੀ ਤਾਕਤ ਆਪਣਾ ਬਲ ਅਜਮਾਉਂਦਾ ਫਿਰੇ, ਉਹ ਨਹੀਂ। ਐਸੀ ਮਰੀ ਜਿਹਨੂੰ ਆਪਾਂ ਕਹਿੰਦੇ ਨਾ ਮਰਦੇ ਹੋਏ ਬੰਦੇ ਨੇ ਪਾਣੀ ਵੀ ਨਹੀਂ ਮੰਗਿਆ, ਮਤਲਬ ਬਿਲਕੁਲ ਬਲ ਦਾ ਖਤਮ ਹੋ ਜਾਣਾ। ਉਹ ਗੁਰੂ ਦਾ ਚਲਾਇਆ ਹੋਇਆ ਬਾਣ, ਗੁਰੂ ਦੇ ਪ੍ਰੇਮ ਦਾ ਤੀਰ ਐਸਾ ਵੱਜਿਆ ਸੀਨੇ ਦੇ ਅੰਦਰ, ਮਾਨੋ ਉਸ ਤੀਰ ਨੇ ਉਸੇ ਵੇਲੇ ਪ੍ਰਾਣ ਖਿੱਚ ਲਏ, ਆਪਣਤ ਖਤਮ ਹੋ ਗਈ, ਬਲ ਰਿਹਾ ਹੀ ਕੋਈ ਨਹੀਂ ਜਿੱਥੇ ਆ ਕੇ ਮੈਂ ਆਪਣੇ ਬਲ ਨੂੰ ਅਜਮਾ ਸਕਦਾ, ਆਪਣੀ ਤਾਕਤ ਨੂੰ ਅਜਮਾ ਸਕਦਾ। ਸਤਿਗੁਰੂ ਜੀ ਨੇ ਬਾਣੀ ਦੇ ਅੰਦਰ ਇੱਕ ਬੜਾ ਪਿਆਰਾ ਸ਼ਬਦ ਵਰਤਿਆ ਜਿਹੜਾ ਆਪ ਜੀ ਦੀਆਂ ਰਚਨਾਵਾਂ ਤੇ ਰਹਿੰਦਾ। ਮਾਲਕ ਜੀ ਕਹਿੰਦੇ ਅਚਰ ਚਰੈ ਤਾਂ ਸਿੱਧ ਹੋਏ ਸਿੱਧੀ ਤੇ ਬੁੱਧ ਪਾਈ, ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਭ੍ਰਮ ਕਾਟਿਆ ਜਾਈ। ਉਹ ਪ੍ਰੇਮ ਦੇ ਸਰ ਐਸੇ ਲੱਗੇ ਕਿ ਉਹਨੇ ਭਟਕਣਾ ਭ੍ਰਮ ਸਾਰਾ ਹੀ ਜੀਵਨ ਚੋਂ ਖਤਮ ਕਰਤਾ। ਹੁਣ ਨਾ ਕੋਈ ਭਟਕਣਾ ਨਹੀਂ, ਨਾ ਕੋਈ ਭਰਮ ਰਿਹਾ। ਉਸੇ ਵਕਤ ਤੁਰੰਤ ਮੈਂ ਮਰ ਗਿਆ ਜਦੋਂ ਆ ਕੇ ਪ੍ਰੇਮ ਦਾ ਸਰ ਮੇਰੇ ਸੀਨੇ ਵਿੱਚ ਵੱਜਦਾ। ਸਰ ਮਤਲਬ ਤੀਰ। ਫਿਰ ਨਾਲ ਆਖਿਆ ਚੋਟੈ ਸੇਤੀ ਜੋ ਮਰੈ ਲੱਗੀ ਸਾ ਪ੍ਰਵਾਨ।
ਪ੍ਰਵਾਨ ਹੀ ਉਹ ਚੋਟ ਹੈ ਜਿਹੜੀ ਲੱਗਦਿਆਂ ਸਾਰ ਮੌਤ ਹੋ ਜਾਏ। ਕਿਉਂਕਿ ਜਿਹੜੇ ਸ਼ਬਦ ਦੇ ਬਾਣ ਨੇ ਨਾ, ਜਿਸ ਬਾਣ ਦੀ ਅੱਜ ਜਿਸ ਚੋਟ ਦੀ ਗੱਲ ਚੱਲ ਰਹੀ ਹੈ, ਉਹ ਹਿਰਦੇ ਦੇ ਅੰਦਰ ਪ੍ਰੇਮ ਦੀ ਖਿੱਚ ਦਾ ਪੈਦਾ ਹੋ ਜਾਣਾ, ਹਿਰਦੇ ਦੇ ਅੰਦਰ ਪ੍ਰੇਮ ਦੀ ਭਾਵਨਾ ਦਾ ਪੈਦਾ ਹੋ ਜਾਣਾ। ਤੇ ਭਾਈ ਵੀਰ ਸਿੰਘ ਜੀ ਦੀ ਰਚਨਾ ਆਪਾਂ ਅਕਸਰ ਸਾਂਝੀ ਕਰਿਆ ਕਰਦੇ ਹਾਂ, ਜੋ ਇੱਛਾ ਬਲ ਝਰਨਾ ਜਵਾਬ ਦਿੰਦਾ ਸੀਨੇ ਖਿੱਚ, ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਨੇਹ ਵਾਲੇ ਨੈਣਾ ਕੀ ਨੀਂਦਰ ਦਿਨੇ ਰਾਤ ਪਏ ਵਹਿੰਦੇ। ਉਹਨਾਂ ਅੱਖਾਂ ਦੇ ਵਿੱਚ ਕਦੇ ਨੀਂਦ ਨਹੀਂ ਆਉਂਦੀ ਜਿਨ੍ਹਾਂ ਅੱਖਾਂ ਵਿੱਚ ਪ੍ਰੇਮ ਹੋਵੇ, ਉਹ ਦਿਨੇ ਰਾਤ ਵਹਿੰਦੀਆਂ ਨੇ। ਉਹ ਇੱਛਾ ਬਲ ਝਰਨਾ ਬੜਾ ਸੋਹਣਾ ਜਵਾਬ ਦਿੰਦਾ ਇਨਸਾਨ ਨੂੰ। ਜਦੋਂ ਉਹ ਪੁੱਛਦਾ ਇੱਕ ਇਨਸਾਨ ਇੱਛਾ ਬਲ ਝਰਨੇ ਨੂੰ, ਪਾਣੀ ਦੇ ਸੋਮੇ ਨੂੰ, ਬੜਾ ਸੋਹਣਾ ਕਵੀ ਜੀ ਨੇ, ਭਾਈ ਵੀਰ ਸਿੰਘ ਜੀ ਨੇ ਬਿਆਨ ਕੀਤਾ। ਉਹਨਾਂ ਵੇਖਿਆ ਆਪਣੀਆਂ ਅੱਖਾਂ ਦੇ ਨਾਲ ਕਿ ਇੱਕ ਪਾਣੀ ਦਾ ਸੋਮਾ ਬੜਾ ਸੋਹਣਾ ਝਰਨਾ ਵਹਿ ਰਿਹਾ, ਉਹਦੇ ਕੋਲ ਸਾਰਾ ਦਿਨ ਪਸ਼ੂ ਵੀ ਆਏ, ਪੰਛੀ ਵੀ ਆਏ, ਉਹਦੇ ਵਿੱਚੋਂ ਆਪਣੀ ਪਿਆਸ ਬੁਝਾ ਕੇ ਇਨਸਾਨ ਵੀ ਆਏ, ਪਾਣੀ ਪੀ ਕੇ ਪਿਆਸ ਬੁਝਾ ਕੇ ਚਲੇ ਗਏ। ਸਵੇਰ ਤੋਂ ਦੁਪਹਿਰ ਹੋਈ, ਜਾਨਵਰ ਪੰਛੀ ਫਿਰ ਵੀ ਆ ਰਹੇ, ਦੁਪਹਿਰ ਤੋਂ ਸ਼ਾਮਾਂ ਪੈ ਗਈਆਂ, ਸ਼ਾਮਾਂ ਤੱਕ ਜਾਨਵਰ ਪੰਛੀ ਆਉਂਦੇ ਰਹੇ, ਪਰ ਜਿਵੇਂ ਰਾਤ ਪੈਣ ਲੱਗੀ ਉਵੇਂ ਹੀ ਸਾਰੇ ਪਰਤਣ ਲੱਗ ਪਏ। ਉਹ ਝਰਨਾ ਸੁੰਨਾ ਹੋ ਗਿਆ, ਪਰ ਅਜੇ ਵੀ ਵਹੀ ਜਾਂਦਾ ਹੈ। ਹੁਣ ਉੱਥੇ ਮਨ 'ਚ ਸਵਾਲ ਪੈਦਾ ਹੋ ਗਿਆ। ਇੱਛਾ ਬਲ ਝਰਨੇ ਅੱਗੇ ਸਵਾਲ ਰੱਖਤਾ ਵੀ ਤੇਰੇ ਕੋਲ ਇੰਨੇ ਜਣੇ ਆਏ, ਕਿੰਨਿਆਂ ਦੀ ਤੂੰ ਪਿਆਸ ਬੁਝਾਈ, ਕਿੰਨਿਆਂ ਨੇ ਤੇਰੇ ਕੋਲੋਂ ਸਕੂਨ ਲਿਆ, ਪਰ ਜਿੰਨੇ ਵੀ ਤੇਰੇ ਕੋਲ ਆਏ ਨਾ, ਵੇਖ ਸਾਰੇ ਆਪਣੇ ਆਪਣੇ ਘਰਾਂ 'ਚ ਪਰਤ ਗਏ, ਵੀ ਤੇਰੀ ਡਿਊਟੀ ਤੇ ਖਤਮ ਹੋ ਗਈ, ਵੀ ਤੇਰਾ ਕੰਮ ਸੀ ਉਹਨਾਂ ਦੀ ਪਿਆਸ ਬੁਝਾਉਣਾ, ਤੂੰ ਪਿਆਸ ਬੁਝਾਤੀ, ਤੇਰਾ ਕੰਮ ਖਤਮ ਹੋ ਗਿਆ। ਹੁਣ ਜਦੋਂ ਸਵੇਰੇ ਆਉਣਗੇ ਉਦੋਂ ਤੂੰ ਫਿਰ ਚੱਲੀ, ਉਹਨਾਂ ਦੀ ਪਿਆਸ ਫਿਰ ਬੁਝਾਈ, ਤੂੰ ਹਜੇ ਵੀ ਕਿਉਂ ਵਹੀ ਜਾਂਦਾ? ਤੇ ਉਹ ਅੱਗੋਂ ਜਵਾਬ ਦਿੰਦਾ, ਕਹਿੰਦਾ ਵੀ ਮੈਂ ਨਾ ਆਪਣੇ ਮੂਲ ਤੱਕ ਪਹੁੰਚਣਾ ਚਾਹੁੰਦਾ, ਆਪਣੇ ਮੁੱਢ ਤੱਕ ਪਹੁੰਚਣਾ ਚਾਹੁੰਦਾ, ਤੇ ਮੇਰੇ ਅੰਦਰ ਨਾ ਆਪਣੇ ਪਿਆਰੇ ਨੂੰ ਮਿਲਣ ਦੀ ਖਿੱਚ ਹੈ, ਉਹਨੂੰ ਮਿਲਣ ਦੀ ਤਾਂਘ ਹੈ। ਤੇ ਫਿਰ ਉਹ ਜਵਾਬ ਦਿੰਦਾ ਕਿ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਨੇਹ ਵਾਲੇ ਨੈਣਾ ਕੀ ਨੀਂਦਰ ਦਿਨੇ ਰਾਤ ਪਏ ਵਹਿੰਦੇ। ਫਿਰ ਉਹ ਜਿਨ੍ਹਾਂ ਅੱਖਾਂ ਦੇ ਵਿੱਚ ਪ੍ਰੇਮ ਹੋਵੇ ਉਹ ਦਿਨੇ ਰਾਤ ਵਹਿੰਦੇ ਨੇ। ਇੱਕ ਉਦਾਹਰਨ, ਸਿਰਫ ਇੱਕ ਉਹਨਾਂ ਐਗਜ਼ਾਮਪਲ ਦਿੱਤੀ ਕਿ ਜਿਨ੍ਹਾਂ ਅੱਖਾਂ ਦੇ ਵਿੱਚ ਪ੍ਰੇਮ ਹੁੰਦਾ ਉਹ ਕਦੇ ਸੌਂਦੀਆਂ ਨਹੀਂ, ਉਹ ਦਿਨ ਰਾਤ ਫਿਰ ਆਪਣੇ ਪ੍ਰੀਤਮ ਪਿਆਰੇ ਦੀ ਉਡੀਕ ਵਿੱਚ ਰਹਿੰਦੀਆਂ। ਇੱਕੋ ਲਗਨ ਲਈ ਜਾਂਦੀ, ਉਹਨਾਂ ਨੂੰ ਇੱਕੋ ਲਗਨ ਹੈ ਜਿਹੜੀ ਉਹਨਾਂ ਨੂੰ ਲੈ ਕੇ ਤੁਰੀ ਜਾ ਰਹੀ ਹੈ। ਤੇ ਉਹ ਲਗਨ ਐਸੀ ਹੈ, ਉਹ ਖਿੱਚ ਐਸੀ ਹੈ ਜਿਹੜੀ ਜੀਵਨ ਵਿੱਚ ਥਕਾਵਟ ਨਹੀਂ ਆਉਣ ਦਿੰਦੀ, ਨਾ ਥਕਾਨ ਆਉਣ ਦਿੰਦੀ ਹੈ, ਤੇ ਨਾ ਹੀ ਰੁਕਾਵਟ ਆਉਣ ਦਿੰਦੀ ਹੈ। ਉਹ ਵਗੇ ਜਾਂਦੇ ਨੇ, ਦਿਨ ਰਾਤ ਵਹਿ ਰਹੇ ਹੋ। ਝੂਟੈ ਸੇਤੀ ਜੋ ਮਰੇ, ਲੱਗੀ ਸਾ ਪ੍ਰਵਾਨ। ਜਿਹੜੀ ਚੋਟ ਨਾਲ ਉਸੇ ਵਕਤ ਮੌਤ ਹੋ ਜਾਏ, ਗੁਰੂ ਨਾਨਕ ਸਾਹਿਬ ਕਹਿੰਦੇ ਅਸਲ ਵਿੱਚ ਲੱਗੀ ਚੋਟ ਉਹੀ ਪ੍ਰਵਾਨ ਹੈ ਜਿਹੜੀ ਲੱਗਦਿਆਂ ਸਾਰ ਬੰਦਾ ਪਾਣੀ ਤੱਕ ਵੀ ਨਾ ਮੰਗੇ, ਮਤਲਬ ਆਪਣਤ ਰਤਾ ਮਾਤਰ ਵੀ ਬਾਕੀ ਨਾ ਰਹਿ ਜਾਏ। ਜਦੋਂ ਗੁਰੂ ਕੇ ਸ਼ਬਦ ਦਾ ਬਾਣ ਹਿਰਦੇ ਵਿੱਚ ਵੱਜੇ, ਜਦੋਂ ਗੁਰੂ ਕੇ ਸ਼ਬਦ ਆ ਕਰਕੇ ਸੀਨੇ ਨੂੰ ਵਿੰਨ ਕੇ ਰੱਖ ਦੇਣ, ਹਿਰਦੇ ਨੂੰ ਝੰਜੋੜ ਕੇ ਰੱਖ ਦੇਣ, ਉਸੇ ਵਕਤ ਮੌਤ ਹੋ ਜਾਏ, ਆਪਣਤ ਮੁੱਕ ਜਾਏ, ਆਪਣਤ ਖਤਮ ਹੋ ਜਾਏ, ਤੇ ਉਸੇ ਵਕਤ ਉਸੇ ਥਾਂ ਤੇ ਮਰ ਕੇ ਆਪਣਾ ਆਪਾ ਗੁਰੂ ਅੱਗੇ ਸਮਰਪਿਤ ਕਰ ਦਿੱਤਾ ਜਾਵੇ। ਜਿਸ ਨੂੰ ਲਾਏ ਤਿਸ ਲੱਗੈ, ਲੱਗੀ ਤਾਂ ਪਰਵਾਣ, ਪਿਰਮ ਪੈਕਾਮ ਨਾ ਨਿਕਲੈ, ਲਾਇਆ ਤਿਨ ਸੁਜਾਨ। ਫਿਰ ਕਹਿੰਦੇ ਜਿਸ ਨੂੰ ਲਾਏ ਤਿਸ ਲੱਗੈ। ਹੁਣ ਇਹ ਪ੍ਰੇਮ ਦਾ ਜਿਹੜਾ ਸਰ ਹੈ, ਬਾਣ ਹੈ, ਜਾਂ ਇਉਂ ਕਹਿ ਲਈਏ ਵੀ ਜਿਹੜੇ ਬਾਣ ਨੇ ਆ ਕੇ ਆਪਣਤ ਖਤਮ ਕਰਨੀ ਤੇ ਪ੍ਰੇਮ ਅੰਦਰ ਪੈਦਾ ਕਰਨਾ। ਗੁਰੂ ਸਾਹਿਬ ਕਹਿੰਦੇ ਜਿਸ ਨੂੰ ਲਾਏ ਤਿਸ ਲੱਗੈ, ਜਿਹਨੂੰ ਉਹ ਲਾਉਂਦਾ ਉਸੇ ਨੂੰ ਇਹ ਖਿੱਚ ਜਿਹੜੀ ਉਹ ਲੱਗਦੀ ਹੈ। ਜਾਂ ਇਉਂ ਕਹਿ ਲਓ ਕਿ ਹਰੀ ਪਰਮਾਤਮਾ ਦਾ ਪ੍ਰੇਮ ਉਹਨਾਂ ਦੇ ਹਿਰਦਿਆਂ ਵਿੱਚ ਹੀ ਲੱਗਦਾ ਹੈ ਜਿਨ੍ਹਾਂ ਨੂੰ ਉਹ ਆਪ ਲਾਉਂਦਾ ਹੈ।
ਨਾ ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਸ਼ਬਦ ਹੈ, ਜਿੱਥੇ ਮਾਲਕ ਕਹਿੰਦੇ ਮੇਰਾ ਮਨ ਤਨ ਪ੍ਰੇਮ ਲੱਗਾ ਹਰ ਬਾਣ। ਮੇਰੇ ਮਨ ਤਨ ਵਿੱਚ ਨਾ ਰੱਬ ਦੇ ਪ੍ਰੇਮ ਦਾ ਇੱਕ ਬਾਣ ਲੱਗਾ। ਤੇ ਜਿਹੜਾ ਮੇਰਾ ਪ੍ਰਮਾਤਮਾ ਮੇਰਾ ਪ੍ਰੀਤਮ ਹੈ ਉਹ ਮੇਰਾ ਮਿੱਤਰ ਹੈ। ਤੇ ਉਹ ਮਿੱਤਰ ਐਸਾ ਵੀ ਉਹ ਸੁਜਾਨ ਵੀ ਬਹੁਤ ਹੈ, ਸਿਆਣਾ ਵੀ ਬਹੁਤ ਹੈ, ਕਿਉਂਕਿ ਉਹ ਮੇਰੇ ਨੁਕਸਾਨ ਲਈ ਮੈਨੂੰ ਨਹੀਂ ਮਾਰ ਰਿਹਾ ਤੇ ਆਪਣੇ ਲਾਭ ਲਈ ਮੈਨੂੰ ਨਹੀਂ ਮਾਰ ਰਿਹਾ। ਮਾਰਨ ਲੱਗਿਆਂ ਵੀ ਤੇ ਦੋ ਤਰ੍ਹਾਂ ਦੀ ਭਾਵਨਾ ਹੁੰਦੀ ਨਾ, ਇੱਕ ਤੇ ਆਪਣੇ ਲਾਭ ਤੇ ਦੂਜੇ ਦੇ ਨੁਕਸਾਨ ਲਈ ਮਾਰਿਆ ਜਾ ਰਿਹਾ, ਤੇ ਇੱਕ ਜਿਹਨੂੰ ਮਾਰਿਆ ਜਾ ਰਿਹਾ ਉਹ ਉਹਦਾ ਹੀ ਲਾਭ ਹੈ, ਉਹਦਾ ਨੁਕਸਾਨ ਨਹੀਂ ਹੈ। ਜਿਵੇਂ ਇੱਕ ਡਾਕਟਰ ਇੱਕ ਇਨਸਾਨ ਨੂੰ ਬੇਹੋਸ਼ ਕਰਦਾ, ਬੇਹੋਸ਼ ਹੋ ਜਾਣਾ ਮਤਲਬ ਮੌਤ ਹੈ। ਹੁਣ ਡਾਕਟਰ ਨੇ ਉਸ ਇਨਸਾਨ ਨੂੰ ਚੀਰਨਾ ਵੀ ਹੈ, ਜਦੋਂ ਉਹਦਾ ਆਪਰੇਟ ਕਰਨਾ ਉਹਨੇ ਬਲੇਡ ਦੀ ਵਰਤੋਂ ਕਰਨੀ, ਚੀਰਨਾ, ਫਿਰ ਉਹਨੇ ਜੋ ਅੰਦਰ ਉਹਦੇ ਚੇਂਜ ਕਰਨਾ, ਉਹਨੇ ਸਾਰਾ ਕੁਝ ਉਸੇ ਪ੍ਰਕਾਰ ਉਹਦਾ ਇਲਾਜ ਕਰਕੇ ਫਿਰ ਉਹਨੂੰ ਦੁਬਾਰਾ ਸਟਿਚ ਕਰਕੇ ਤੇ ਉਹਨੂੰ ਦੁਬਾਰਾ ਖੜਿਆਂ ਕਰ ਦੇਣਾ ਵੀ ਸੱਜਣਾ ਮਾਰਿਆ ਤੇ ਸੀ ਮੈਂ ਤੈਨੂੰ, ਪਰ ਤੈਨੂੰ ਜੀਵਨ ਦੇਣ ਲਈ ਮਾਰਿਆ। ਤੇ ਹੁਣ ਇੱਕ ਸ਼ਖਸ ਉਹ ਹੈ ਜਿਹੜਾ ਕਹਿੰਦਾ ਵੀ ਮੈਂ ਤੈਨੂੰ ਮਾਰਨਾ ਹੈ ਪਰ ਤੈਨੂੰ ਦੁਬਾਰਾ ਜਿਉਣ ਨਹੀਂ ਦੇਣਾ, ਤੇਰਾ ਘਰ ਲੁੱਟ ਕੇ ਲੈ ਕੇ ਜਾਣਾ, ਤੇਰਾ ਸਾਰਾ ਪਰਿਵਾਰ, ਤੇਰੇ ਸਾਰੇ ਪਰਿਵਾਰ ਦੀਆਂ ਵਸਤੂਆਂ ਪਦਾਰਥ ਘਰ-ਬਾਰ ਤੈਨੂੰ ਬਿਲਕੁਲ ਕੰਗਾਲ ਕਰਕੇ ਜਾਣਾ। ਇੱਕ ਮਾਰਨ ਵਾਲਾ ਉਹ ਆਇਆ। ਹੁਣ ਜਦੋਂ ਉਹਨੇ ਮਾਰਨਾ, ਉਹਨੇ ਇਹ ਥੋੜੀ ਵੇਖਣਾ ਵੀ ਇਹਦੇ ਕਿੱਥੇ ਸੱਟ ਮਾਰਨੀ ਚਾਹੀਦੀ ਤੇ ਕਿੱਥੇ ਨਹੀਂ। ਉਹਦਾ ਜਿੱਥੇ ਵਸ ਲੱਗਾ, ਜਿੱਥੇ ਉਹਦੇ ਕੋਲੋਂ ਜ਼ੋਰ ਚੱਲਿਆ, ਉਹਨੇ ਉੱਥੇ ਹੀ ਫੱਟ ਲਾ ਦੇਣਾ। ਉਸੇ ਟਾਈਮ ਹੋ ਸਕਦਾ ਸ਼ਖਸ ਦੀ ਮੌਤ ਹੋ ਜਾਏ ਜਿਹਨੂੰ ਉਹ ਮਾਰਨ ਵਾਲਾ ਆਇਆ। ਉਹਨੇ ਮਾਰਨ ਵਾਲੇ ਨੇ ਆ ਕੇ ਮਾਰਿਆ, ਮਾਰ ਕੇ ਤੇ ਉਹਦਾ ਘਰ ਸਾਰੀਆਂ ਵਸਤੂਆਂ ਪਦਾਰਥ ਲੁੱਟ ਕੇ ਲੈ ਗਿਆ, ਉਹਦੀਆਂ ਜੇਬਾਂ ਤੱਕ ਵੱਢ ਕੇ ਲੈ ਗਿਆ, ਕੁਝ ਵੀ ਨਹੀਂ ਛੱਡਿਆ, ਸਿਰਫ ਉਹਨੇ ਆਪਣੇ ਲਾਭ ਲਈ। ਤੇ ਮੇਰੇ ਮਾਲਕ ਜੀ ਕਹਿੰਦੇ ਵੀ ਮੇਰਾ ਮਨ ਤਨ ਪ੍ਰੇਮ ਲੱਗਾ ਹਰ ਬਾਣ ਜੀਓ, ਮੇਰੇ ਮਨ ਤੇ ਤਨ ਵਿੱਚ ਪ੍ਰੇਮ ਦਾ ਬਾਣ ਲੱਗਾ। ਔਰ ਉਹ ਜਿਹੜਾ ਬਾਣ ਲੱਗਿਆ ਨਾ, ਉਹ ਗੁਰੂ ਨੇ ਆਪਣੇ ਲਾਭ ਲਈ ਨਹੀਂ ਚਲਾਇਆ, ਉਹਨੇ ਮੇਰੇ ਲਾਭ ਲਈ ਚਲਾਇਆ। ਵੀ ਮੇਰੇ ਮਨ ਤਨ ਵਿੱਚ ਪ੍ਰੇਮ ਦਾ ਬਾਣ ਲੱਗਿਆ, ਉਸ ਪ੍ਰੇਮ ਦੇ ਬਾਣ ਨੇ ਮੇਰੇ ਮਨ ਅੰਦਰਲੀ ਜਿਹੜੀ ਆਪਣੱਤ ਸੀ ਨਾ ਉਹਨੂੰ ਖਤਮ ਕੀਤਾ। ਉਹ ਆਪਣੱਤ ਖਤਮ ਹੋਈ ਤੇ ਮੇਰਾ ਪ੍ਰੇਮ ਉਸ ਪ੍ਰਭੂ ਪਰਮਾਤਮਾ ਨਾਲ ਬਣ ਗਿਆ, ਉਹਦੇ ਨਾਲ ਮਿਲਾਪ ਦੇ ਹਾਲਾਤ ਬਣ ਗਏ, ਮੇਲ ਦੇ ਹਾਲਾਤ ਬਣ ਗਏ। ਤੇ ਨਾਲ ਹੀ ਸਤਿਗੁਰੂ ਨੇ ਆਖ ਦਿੱਤਾ, ਕਹਿੰਦੇ ਮੇਰਾ ਪ੍ਰੀਤਮ ਮਿੱਤਰ ਹਰ ਪੁਰਖ ਸੁਜਾਨ ਜੀਓ। ਉਹ ਜਿਹੜਾ ਮੇਰਾ ਮਿੱਤਰ ਹੈ ਨਾ, ਉਹ ਬੜਾ ਸਿਆਣਾ, ਬੜਾ ਸੂਝਵਾਨ ਹੈ। ਉਹਨੇ ਆਪਣੇ ਲਾਭ ਲਈ ਨਹੀਂ, ਮੇਰੇ ਫਾਇਦੇ ਲਈ ਮੈਨੂੰ ਮਾਰਿਆ। ਹੁਣ ਉਹ ਮਰਨਾ ਕੀ ਹੈ, ਜਿਹਨੂੰ ਬਾਬਾ ਕਬੀਰ ਸਾਹਿਬ ਕਹਿੰਦੇ, ਕਬੀਰ ਜਿਸ ਮਰਨਾ ਤੇ ਜਗ ਡਰੈ ਮੇਰਾ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਜਗਤ ਡਰਦਾ ਹੈ ਮੌਤ ਦਾ ਨਾਮ ਸੁਣ ਕੇ, ਪਰ ਬਾਬਾ ਕਬੀਰ ਜੀ ਕਹਿੰਦੇ ਮੈਂ ਡਰਦਾ ਨਹੀਂ, ਮੈਨੂੰ ਪਤਾ ਆਨੰਦ ਹੀ ਆਨੰਦ ਹੈ। ਜੇ ਮੈਂ ਮਰ ਗਿਆ ਤੇ ਮੈਨੂੰ ਹੀ ਤੇ ਮਾਰਨਾ ਔਖਾ, ਤੇ ਜੇ ਮੈਂ ਮਰ ਗਈ ਫਿਰ ਤੇ ਆਨੰਦ ਹੀ ਆਨੰਦ ਹੈ ਨਾ। ਜਿੱਥੇ ਮੈਂ ਔਰ ਮੇਰੀ ਪਈ ਹੈ ਨਾ, ਜਿਉਂਦੀ ਹੈ, ਉੱਥੇ ਆਨੰਦ ਨਹੀਂ ਹੈ, ਉੱਥੇ ਸੋਗ ਹੈ, ਉੱਥੇ ਮਾਤਮ ਹੋ ਸਕਦਾ, ਉੱਥੇ ਆਨੰਦ ਨਹੀਂ ਹੈ। ਜਿੱਥੋਂ ਮੈਂ ਔਰ ਮੇਰੀ ਮੁੱਕ ਜਾਂਦੀ ਹੈ, ਜਿਹਨੂੰ ਬਾਬਾ ਕਬੀਰ ਸਾਹਿਬ ਕਹਿੰਦੇ, ਮੈਂ ਸ਼ੁਰੂਆਤ ਤੇ ਕੀਤੀ ਸੀ, ਕਬੀਰ ਤੂੰ ਤੂੰ ਕਰਤਾ ਤੂੰ ਹੁਆ। ਸ਼ੁਰੂ ਤੇ ਮੈਂ ਤੂੰ ਕੀਤਾ, ਪਰ ਪਤਾ ਨਹੀਂ ਲੱਗਾ ਕਰਦਿਆਂ ਕਰਦਿਆਂ ਕਦੋਂ ਤੂੰ ਹੀ ਹੋ ਕੇ ਰਹਿ ਗਿਆ। ਮੁਝ ਮੈਂ ਰਹਾ ਨਾ ਹੂੰ, ਇਸ ਢੰਗ ਨਾਲ ਤੂੰ ਕਰਨਾ ਸਿੱਖਿਆ ਕਿ ਹੂੰ ਰਹਿ ਹੀ ਨਹੀਂ ਗਿਆ, ਆਪਣਾ ਤਾਂ ਰਹਿ ਹੀ ਨਹੀਂ ਗਈ। ਤੇ ਹੁਣ ਜਦ ਆਪਾ ਪਰਕਾ ਮਿਟ ਗਿਆ, ਜਦ ਦੇਖਾਂ ਤਤ ਤੂੰ। ਹੁਣ ਜਿੱਥੇ ਵੀ ਝਾਤ ਮਾਰਦਾ ਉੱਥੇ ਤੂੰ ਹੀ ਤੂੰ ਹੈ, ਆਪਣਤ ਕਿੱਥੇ ਰਹਿ ਗਈ। ਜਿਹਨੂੰ ਭਗਤ ਰਵਿਦਾਸ ਜੀ ਕਹਿੰਦੇ ਨਾ, ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ। ਰੱਬ ਜੀ ਹੁਣ ਮੈਂ ਨਹੀਂ ਰਿਹਾ, ਆਪਾਂ ਤੂੰ ਕਰਦੇ ਆ, ਮੈਂ ਖਤਮ ਕਰ ਲਈ। ਜਿਹੜਾ ਸ਼ਖਸ ਮੈਂ ਮੇਰੀ ਕਰਨਾ ਜਾਣਦਾ, ਉਹ ਤੂੰ ਤੇ ਤੇਰੀ ਕਦੇ ਵੀ ਨਹੀਂ ਆਖ ਸਕਦਾ, ਕਿਉਂਕਿ ਆਦਤ ਬਣੀ ਆ ਵੀ ਪਦਾਰਥ ਮੇਰਾ, ਆ ਵੀ ਵਸਤੂ ਮੇਰੀ, ਆ ਵਸਤੂ ਮੈਂ ਲੈ ਲੈਣੀ ਹੈ, ਆ ਪਦਾਰਥ ਮੇਰਾ ਹੈ,
ਆਹੀ ਕੁਝ ਕਰਦਾ ਰਿਹਾ ਸਾਰੀ ਜ਼ਿੰਦਗੀ। ਤੇ ਹੁਣ ਜਿੰਨੇ ਤੂੰ ਤੇ ਤੇਰੀ ਕਰਨਾ ਸਿੱਖਿਆ, ਉਹ ਇਹ ਥੋੜੀ ਕਹੇਗਾ ਸੱਜਣਾ ਮੇਰੀ, ਉਹਨੇ ਇਹੀ ਕਹਿਣਾ ਲੈ ਭਾਈ ਇਹ ਵੀ ਤੇਰੀ ਹੈ। ਤਾਂ ਹੀ ਬਾਬਾ ਕਬੀਰ ਸਾਹਿਬ ਨੂੰ ਕਹਿਣਾ ਪੈ ਗਿਆ ਸੀ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲੱਗ ਗਿਆ ਮੇਰਾ। ਮੈਂ ਆਪਣੇ ਵੱਲ ਝਾਤ ਮਾਰ ਕੇ ਵੇਖਾਂ ਕਿਹੜੀ ਚੀਜ਼ ਤੇ ਦਾਅਵਾ ਕਰਕੇ ਕਵਾਂਗਾ ਵੀ ਇਹ ਮੇਰੀ ਹੈ। ਨਾ ਸੰਸਾਰਕ ਪਦਾਰਥ ਮੇਰੇ, ਉਹ ਵੀ ਰੱਬਾ ਸਮੇਂ ਅਨੁਸਾਰ ਮਿਲੇ, ਤੂੰ ਦਿੱਤੇ, ਸਮੇਂ ਅਨੁਸਾਰ ਤੂੰ ਦਿੱਤੇ, ਸਮੇਂ ਅਨੁਸਾਰ ਹੋ ਸਕਦਾ ਪਦਾਰਥ ਖੋ ਵੀ ਲਵੇਂ ਲੈ ਵੀ ਲਵੇਂ, ਮੈਂ ਕੀ ਵਿਗਾੜ ਲਾਂਗਾ ਤੇਰਾ। ਤੇ ਸਮੇਂ ਅਨੁਸਾਰ ਹੀ ਤੂੰ ਮੈਨੂੰ ਕਾਇਆ ਦਿੱਤੀ, ਕਾਇਆ ਦੇ ਸਰੀਰਕ ਅੰਗ ਤੂੰ ਦਿੱਤੇ। ਹੁਣ ਜੇ ਕਾਇਆ ਦੇ ਅੰਗ ਦੇਣ ਵਾਲਾ ਤੂੰ ਹੈ, ਖੋਣ ਵਾਲਾ ਵੀ ਤੂੰ ਹੈ, ਕੀ ਪਤਾ ਕਿਹੜੇ ਵੇਲੇ ਕਿਹੜਾ ਅੰਗ ਖੋਹ ਲੈਣਾ। ਮੈਂ ਕਿਹੜੇ ਅੰਗ ਤੇ ਦਾਅਵਾ ਕਰਕੇ ਰੱਖਾਂ ਵੀ ਇਹ ਮੇਰਾ ਆਪਣਾ ਹੈ। ਜੇ ਆਪਣਾ ਹੋਵੇ ਤੇ ਮੇਰੀ ਮਰਜ਼ੀ ਤੋਂ ਬਿਨਾ ਅੰਗ ਹਿੱਲੇ ਨਾ, ਤੇ ਜੇ ਮੇਰਾ ਆਪਣਾ ਹੋਵੇ ਮੇਰੇ ਮਰਜ਼ੀ ਤੋਂ ਬਿਨਾ ਮੇਰੇ ਅੰਗ ਨੂੰ ਤਕਲੀਫ ਨਾ ਹੋਵੇ। ਕਦੇ ਕੋਈ ਇਨਸਾਨ ਚਾਹੁੰਦਾ ਵੀ ਮੇਰੇ ਸਰੀਰ ਨੂੰ ਕੋਈ ਤਕਲੀਫ ਹੋਵੇ, ਕੋਈ ਰੋਗ ਲੱਗੇ, ਪਰ ਲੱਗਦਾ ਹੈ ਸਮੇਂ ਅਨੁਸਾਰ, ਚਾਹੇ ਕਿਸੇ ਕਾਰਨ ਕਰਕੇ ਲੱਗੇ, ਪਰ ਰੋਗ ਲੱਗੇ। ਇਨਸਾਨ ਨਹੀਂ ਸੀ ਚਾਹੁੰਦਾ। ਇਹ ਤੇ ਬੜਾ ਸਾਂਭ ਸਾਂਭ ਰੱਖਦਾ ਰਿਹਾ, ਮੇਰੀ ਮੇਰੀ ਕਰਦਾ ਰਿਹਾ। ਮੇਰੀ ਕਾਇਆ, ਮੇਰਾ ਸਰੀਰ, ਮੇਰੀ ਜਿਹੜੀ ਦੇਹੀ ਹੈ ਆਪਣੀ, ਮੈਂ ਮੇਰੀ ਕਰਦਾ ਹੀ ਇਹ ਤੁਰਿਆ ਫਿਰਿਆ। ਤੇ ਇਹਦੀ ਮੇਰੀ ਮੇਰੀ ਵੇਖਦਿਆਂ ਹੋਇਆਂ ਹੀ ਸਤਿਗੁਰੂ ਜੀ ਨੂੰ ਪੁੱਛਣਾ ਪੈ ਗਿਆ ਸੀ, ਮੇਰੀ ਮੇਰੀ ਕਹਿ ਰੋ ਕਰਤੇ ਦੁਰਯੋਧਨ ਸੇ ਭਾਈ, 12 ਜੋਜਨ ਛਤਰ ਚਲੇ ਥਾ ਦੇਹੀ ਗਿਰਜਣ ਖਾਈ। ਸੱਜਣਾ ਜੇ ਉਹਦੀ ਹਾਲਾਤ ਆ ਬਣੇ ਨੇ ਨਾ, ਤੇ ਤੂੰ ਆਪਣੇ ਵੱਲ ਖਿਆਲ ਕਰਕੇ ਚੱਲ ਵੀ ਤੇਰੇ ਹਾਲਾਤ ਕੀ ਬਣਨਗੇ। ਮੈਂ ਮੇਰੀ ਆਪਣਤ ਵਿੱਚ ਨਾ ਤੁਰਿਆ ਫਿਰ। ਸਤਿਗੁਰੂ ਕਹਿੰਦੇ ਵੀ ਜਿਸ ਨੂੰ ਲਾਏ ਤਿਸ ਲੱਗੈ, ਲੱਗੀ ਤਾਂ ਪ੍ਰਵਾਨ। ਜਿਹਨੂੰ ਉਹ ਲਾਉਂਦਾ ਨਾ ਉਹੀ ਲੱਗਦਾ। ਹੁਣ ਇੱਥੇ ਭਾਵੇਂ ਪ੍ਰੇਮ ਦੀ ਗੱਲ ਕਰ ਲੋ ਤੇ ਭਾਵੇਂ ਚੋਟ ਦੀ ਗੱਲ ਕਰ ਲੋ, ਦੋਵੇਂ ਚੀਜ਼ਾਂ, ਕਿਉਂਕਿ ਸ਼ੁਰੂਆਤ ਆਪਾਂ ਚੋਟ ਤੋਂ ਕੀਤੀ ਸੀ। ਚੋਟ ਵੀ ਉਸੇ ਨੂੰ ਹੀ ਲੱਗਦੀ ਜਿਹਨੂੰ ਉਹ ਲਾਉਂਦਾ, ਤੇ ਪ੍ਰੇਮ ਵੀ ਉਸੇ ਦੇ ਹਿਰਦੇ 'ਚ ਲੱਗਦਾ ਜਿਹਨੂੰ ਉਹ ਆਪ ਲਾਉਂਦਾ ਹੈ। ਜੇ ਉਹ ਆਪ ਨਾ ਲਾਵੇ ਤੇ ਪ੍ਰੇਮ ਵੀ ਨਾ ਲੱਗੇ, ਜੇ ਉਹ ਆਪ ਚੋਟ ਨਾ ਲਾਵੇ ਤੇ ਚੋਟ ਵੀ ਨਾ ਲੱਗੇ। ਤੇ ਫਿਰ ਮਾਲਕ ਜੀ ਨੇ ਇੱਕ ਬੜਾ ਪਿਆਰਾ ਜ਼ਿਕਰ ਕੀਤਾ ਸੀ, ਤੇ ਉੱਥੇ ਆ ਕੇ ਸਤਿਗੁਰੂ ਇਹ ਕਹਿ ਦਿੰਦੇ ਵੀ ਮੈਨੂੰ ਚੋਟ ਲੱਗੀ ਰੱਬ ਜੀ, ਐਸਾ ਪ੍ਰੇਮ ਦੀ ਖਿੱਚ ਬਣੀ ਕਿ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਮੈਂ ਆਪਣੀ ਪ੍ਰੀਤ ਹੀ ਤੁਹਾਡੇ ਨਾਲ ਜੋੜ ਲਈ, ਐਸੀ ਜੋੜੀ ਬਾਕੀਆਂ ਨਾਲ ਮੋਹ ਹੀ ਕੋਈ ਨਹੀਂ ਰਹਿ ਗਿਆ, ਬਾਕੀ ਸਾਰਿਆਂ ਨਾਲੋਂ ਪ੍ਰੇਮ ਤੋੜ ਲਿਆ। ਕਿਉਂਕਿ ਤੇਰੇ ਨਾਲ ਜੋੜਿਆ ਪ੍ਰੇਮ ਮੇਰੇ ਸਕੂਨ ਦਾ ਕਾਰਨ ਹੈ। ਤੇਰੇ ਨਾਲ ਜੁੜਿਆ ਪ੍ਰੇਮ ਮੇਰੇ ਸਕੂਨ ਦਾ, ਮੇਰੇ ਆਰਾਮ ਦਾ, ਆਨੰਦ ਦਾ ਕਾਰਨ ਹੈ। ਸੰਸਾਰ ਨਾਲ ਜੁੜਿਆ ਪ੍ਰੇਮ ਮੇਰੇ ਸੋਗ ਦਾ ਕਾਰਨ, ਭਟਕਣਾ ਦਾ ਕਾਰਨ ਬਣ ਸਕਦਾ ਹੈ। ਇਸ ਲਈ ਆਪਾਂ ਪ੍ਰੀਤ ਤੇਰੇ ਨਾਲ ਪਾਈ, ਸੰਸਾਰ ਨਾਲ ਨਹੀਂ। ਜਿਹਨੂੰ ਸਤਿਗੁਰੂ ਬਾਣੀ ਚ ਆਖਦੇ ਮਰਤਾ ਮਰਤਾ ਜਗ ਮੂਆ, ਮਰ ਭੇ ਨਾ ਜਾਣਿਆ ਕੋਏ। ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ ਹੋਏ। ਜਿਹੜਾ ਇਦਾਂ ਦੀ ਮੌਤ ਮਰ ਜਾਂਦਾ ਉਹਨੂੰ ਮੁੜ ਕੇ ਦੁਬਾਰਾ ਮਰਨਾ ਨਹੀਂ ਪੈਂਦਾ। ਕਿਉਂਕਿ ਸਿੱਖੀ ਦੀ ਜਿਹੜੀ ਪੈਦਾਵਾਰ ਹੈ ਨਾ, ਪੈਦਾਇਸ਼ ਹੈ ਸਿੱਖੀ ਦੀ, ਸ਼ੁਰੂਆਤ ਹੀ ਮੌਤ ਤੋਂ ਹੁੰਦੀ ਹੈ। ਹੈਰਾਨੀ ਦੀ ਗੱਲ ਹੈ ਕਿ ਗੁਰੂ ਨਾਨਕ ਸਾਹਿਬ ਜਿੱਦਣ ਪ੍ਰਚਾਰਕ ਫੇਰੀਆਂ ਤੇ ਤੁਰੇ ਸੀ ਤੇ ਬਾਬਾ ਕਬਰਸਤਾਨ ਚੋਂ ਆਪਣੀਆਂ ਪ੍ਰਚਾਰਕ ਫੇਰੀਆਂ ਆਰੰਭ ਕਰਦਾ। ਮਤਲਬ ਗੁਰੂ ਨਾਨਕ ਸਾਹਿਬ ਨੇ ਆਪਣੀਆਂ ਪ੍ਰਚਾਰਕ ਫੇਰੀਆਂ ਕਬਰਸਤਾਨ ਤੋਂ ਸ਼ੁਰੂ ਕੀਤੀਆਂ ਵੀ ਜਿਹੜਾ ਕੰਮ ਮੈਂ ਕਰਨ ਚੱਲਿਆ ਨਾ, ਇਹ ਆਪਣੀ ਮੌਤ ਤਲੀ ਤੇ ਰੱਖ ਕੇ ਕਰਨ ਵਾਲਾ ਕੰਮ ਹੈ। ਭਟਕੇ ਹੋਏ ਲੋਕਾਂ ਨੂੰ ਸਿੱਧੇ ਰਸਤੇ ਪਾਉਣਾ, ਔਰ ਲੋਕਾਂ ਦੇ ਸਾਹਮਣੇ ਬਹਿ ਕੇ ਉਹਨਾਂ ਦੀ ਵਿਚਾਰ ਨੂੰ ਆਪਣੀ ਵਿਚਾਰ ਦੇ ਨਾਲ ਕੰਡੈਮ ਕਰਨਾ, ਮੌਤ ਤਲੀ ਤੇ ਰੱਖ ਕੇ ਚੱਲਣ ਦੀ ਬਾਤ ਹੈ। ਫਿਰ ਉਸੇ ਜਿਹੜਾ ਗੁਰੂ ਨਾਨਕ ਸਾਹਿਬ ਨੇ ਸ਼ੁਰੂਆਤ ਕੀਤੀ ਨਾ ਸ਼ਮਸ਼ਾਨ ਭੂਮੀ ਤੋਂ ਚੱਲਣ ਦੀ, ਅਖੀਰ 'ਚ ਆ ਕੇ ਧੰਨ ਗੁਰੂ ਕਲਗੀਧਰ ਸਾਹਿਬ ਨੇ ਜਦੋਂ ਪੱਕੀ ਮੋਹਰ ਲਾਈ ਨਾ, ਤੇ 5 ਸਿੰਘਾਂ ਦਾ ਸੀਸ ਲੈ ਕੇ ਪ੍ਰਗਟਾਵਾ ਕੀਤਾ ਸੀ ਵੀ ਚੱਲੇ ਵੀ ਉਥੋਂ ਆ, ਅੱਜ ਤੁਹਾਡਾ ਸਰੂਪ ਤਿਆਰ ਹੈ, ਪਰ ਅੱਜ ਵੀ ਮੌਤ ਤੋਂ ਹੀ ਹੈ।
ਇਸੇ ਕਰਕੇ ਸਾਨੂੰ ਖੰਡ ਧਾਰ ਪਹੁਲ ਪਿਆਈ ਗਈ। ਔਰ ਜਿਹੜੀ ਖੰਡ ਧਾਰ ਪਹੁਲ ਹੈ, ਉਸ ਖੰਡ ਧਾਰ ਪਹੁਲ ਤੋਂ ਹੀ ਖਾਲਸੇ ਦਾ ਜਨਮ ਹੁੰਦਾ। ਮਤਲਬ ਮਰਨ ਤੋਂ ਬਾਅਦ ਚ ਵੀ ਇੱਕ ਜ਼ਿੰਦਗੀ ਹੈ, ਤੇ ਗੁਰੂ ਨਾਨਕ ਨੇ ਸਾਨੂੰ ਮਰਨ ਤੋਂ ਬਾਅਦ ਵਾਲੀ ਜ਼ਿੰਦਗੀ ਜਿਉਣੀ ਸਿਖਾਈ ਹੈ। ਤੇ ਜਿਹੜੇ ਅਜੇ ਤੱਕ ਮਰੇ ਨਹੀਂ, ਉਹਨਾਂ ਨੂੰ ਮਰਨ ਲਈ ਫਿਰ ਪ੍ਰੇਰਿਤ ਕਰਦੇ ਵੀ ਸੱਜਣਾ ਮਰ ਜਾ, ਚੰਗਾ ਰਹੇਗਾ। ਕਿਉਂਕਿ ਜੇ ਅਪਣੱਤ ਰੱਖ ਕੇ ਬੈਠਾ ਨਾ, ਕਦੇ ਪ੍ਰਸੰਨਤਾ ਤੂੰ ਨਹੀਂ ਹਾਸਲ ਕਰ ਸਕਦਾ। ਅਪਣੱਤ ਛੱਡੇਗਾ ਤੇ ਪ੍ਰਸੰਨਤਾ ਮਿਲੇਗੀ। ਅਜੇ ਤੱਕ ਤੂੰ ਆਪਣੇ ਬਲ, ਆਪਣੇ ਜ਼ੋਰ ਨਾਲ ਪ੍ਰਸੰਨਤਾ ਲੈਣੀ ਚਾਹੁੰਦਾ ਹੈ। ਆਪਣੇ ਬਲ ਤੇ ਆਪਣੇ ਜ਼ੋਰ ਨਾਲ ਅੱਜ ਤੱਕ ਪ੍ਰਸੰਨਤਾ ਨਹੀਂ ਮਿਲੀ। ਮਰ ਜਾ, ਆਪਣਾ ਭਾਵ ਖਤਮ ਕਰ ਦੇ, ਰੱਬ ਅੱਗੇ ਆਤਮ ਸਮਰਪਣ ਕਰ ਦੇ, ਆਪਣਾ ਆਪਾ ਉਹਦੇ ਅੱਗੇ ਰੱਖ ਦੇ। ਜਦੋਂ ਆਪਣਾ ਆਪਾ ਉਹਦੇ ਅੱਗੇ ਰੱਖ ਦੇਗਾ, ਫਿਰ ਆਨੰਦ ਹੀ ਆਨੰਦ ਹੈ, ਤੈਨੂੰ ਚਿੰਤਾ ਹੀ ਕੋਈ ਨਹੀਂ ਰਹਿ ਜਾਣੀ। ਤਾਂ ਹੀ ਤੇ ਭਾਈ ਗੁਰਦਾਸ ਜੀ ਨੇ ਕਹਿਤਾ ਸੀ ਨਾ, ਸੱਜਣਾ ਜੇ ਗੁਰੂ ਦੇ ਦਰ ਤੇ ਆਉਣਾ ਤੇ ਮੁਰਦਾ ਬਣ ਕੇ ਆਈ, ਕਿਉਂਕਿ ਮੁਰਦਾ ਹੀ ਇੱਥੇ ਆ ਕੇ ਪ੍ਰਸੰਨ ਹੁੰਦਾ ਹੈ, ਜਿਉਂਦਾ ਬੰਦਾ ਪ੍ਰਸੰਨ ਨਹੀਂ ਹੋ ਸਕਦਾ। ਕਿਉਂਕਿ ਜਿਉਂਦਾ ਆਏਗਾ ਉਹ ਗੁਰੂ ਦੇ ਹਰ ਬੋਲ ਉੱਤੇ ਤਰਕ ਕਰੇਗਾ। ਜਿਹੜਾ ਅਪਣੱਤ ਲੈ ਕੇ ਆਇਆ ਉਹ ਕੀ ਕਹੇਗਾ? ਸਤਿਗੁਰੂ ਨੂੰ ਜੋ ਚੰਗਾ ਲੱਗੇਗਾ ਉਹ ਮੰਨ ਲਏਗਾ। ਜਿਹੜਾ ਮਨ ਨੂੰ ਚੰਗਾ ਨਾ ਲੱਗਾ, ਉੱਥੇ ਆ ਕੇ ਕਹਿ ਦੇਣਾ ਵੀ ਮੈਂ ਇਹ ਕਿਉਂ ਮੰਨਾਂ, ਉੱਥੇ ਤਰਕ ਹੈ। ਤੇ ਜਦੋਂ ਮੁਰਦਾ ਹੋ ਕੇ ਆ ਗਿਆ, ਫਿਰ ਤੇ ਮਰਿਆ ਹੀ ਹੋਇਆ ਹੈ ਨਾ। ਗੁਰੂ ਜਿੱਧਰ ਨੂੰ ਕਹੇਗਾ ਉਧਰਲੇ ਪਾਸੇ ਤੁਰ ਪੈਣਾ, ਉੱਥੇ ਤਰਕ ਨਹੀਂ ਹੈ। ਫਿਰ ਜਿੰਨਾ ਪ੍ਰੇਮ ਦੀ ਖਿੱਚ ਖਾਦੀ, ਉਹਨਾਂ ਨੂੰ ਦਿਨੇ ਆਵਾਜ਼ ਮਾਰੀ ਉਹ ਦਿਨੇ ਉੱਠ ਪਏ, ਰਾਤ ਆਵਾਜ਼ ਮਾਰੀ ਉਹ ਰਾਤ ਵੀ ਉੱਠ ਪਏ, ਤੇ ਉਹਨਾਂ ਨੂੰ ਜਿਸ ਪਾਸੇ ਤੋਰਿਆ ਉਸੇ ਪਾਸੇ ਤੁਰ ਪਏ। ਉਹਨਾਂ ਕਦੇ ਗੁਰੂ ਨੂੰ ਸਾਹਮਣੇ ਖੜੋ ਕੇ ਕਦੇ ਸਵਾਲ ਨਹੀਂ ਸੀ ਕੀਤਾ ਵੀ ਮੈਂ ਕਿਉਂ ਕਰਾਂ। ਜੇ ਆਖਤਾ ਤੇ ਫਿਰ ਸਤ ਬਚਨ। ਜੇ ਗੁਰੂ ਨੇ ਕਹਿਤਾ ਆ ਕਰਮ ਕਰਨਾ ਤੇ ਸਤ ਬਚਨ। ਫਿਰ ਇਹ ਨਹੀਂ ਕਿਉਂ ਕਰਨਾ, ਰੁਕ ਕੇ ਕਰ ਲਿਆ ਜਾਏਗਾ, ਸਮਾਂ ਬਦਲ ਲੈਣ ਦੋ, ਹਾਲਾਤ ਬਦਲ ਲੈਣ ਦੋ, ਫਿਰ ਕਰ ਲਿਆ ਜਾਏਗਾ। ਨਹੀਂ, ਜੇ ਅੱਧੀ ਰਾਤ ਵੀ ਆਖਿਆ ਨਾ ਲੈਣਿਆਂ ਚਾਦਰਾਂ ਧੋਣੀਆਂ ਨੇ, ਤੇ ਬਾਬਾ ਜੀ ਨੂੰ ਇਹ ਨਹੀਂ ਸੀ ਪੁੱਛਿਆ ਬਾਬਾ ਕਿਉਂ, ਜਾਂ ਇਹ ਨਹੀਂ ਸੀ ਕਿ ਬਾਬਾ ਧੋਤੀਆਂ ਨੇ। ਚੁੱਕੀ ਪੰਡ ਸਿਰ ਤੇ ਚੱਲ ਪਏ ਧੋਣ, ਕਿਉਂਕਿ ਗੁਰੂ ਨਾਨਕ ਨੇ ਆਖਿਆ ਧੋਣੀਆਂ ਨੇ। ਮੈਂ ਭਾਵੇਂ ਲੱਖਾਂ ਵਾਰ ਧੋ ਕੇ ਰੱਖੀਆਂ ਹੋਣ, ਔਰ ਇਤਿਹਾਸ ਦੇ ਪੰਨੇ ਇਸ ਗੱਲ ਦੀ ਗਵਾਹੀ ਭਰਦੇ ਨੇ ਕਿ ਜਿਹੜੀਆਂ ਚਾਦਰਾਂ ਬਾਬੇ ਨੇ ਧੋਣ ਨੂੰ ਆਖਿਆ ਸੀ, ਉਹ ਧੋ ਕੇ ਭਾਈ ਲਹਿਣੇ ਨੇ ਖੁਦ ਰੱਖੀਆਂ ਸਨ। ਬਾਬੇ ਨਾਨਕ ਨੇ ਫੇਰ ਆਖਿਆ ਵੀ ਲਹਿਣਿਆਂ ਚਾਦਰਾਂ ਧੋਣੀਆਂ ਨੇ। ਭਾਈ ਲਹਿਣੇ ਨੇ ਸਵਾਲ ਨਹੀਂ ਕੀਤਾ, ਨਾ ਹੀ ਇਹ ਆਖਿਆ ਵੀ ਬਾਬਾ ਮੈਂ ਧੋ ਕੇ ਰੱਖੀਆਂ। ਜੇ ਗੁਰੂ ਨਾਨਕ ਦੀਆਂ ਨਜ਼ਰਾਂ 'ਚ ਗੰਦੀਆਂ ਨੇ ਤੇ ਫਿਰ ਮੇਰਾ ਫਰਜ਼ ਬਣਦਾ ਇਹਨਾਂ ਨੂੰ ਧੋਣਾ। ਚੁੱਕੀ ਪੰਡ ਤੇ ਛੁੱਕ ਕੇ ਤੁਰ ਪਏ। ਕਿੱਦਾਂ ਦੇ ਹਾਲਾਤ ਸੀ? ਕੰਧ ਡਿੱਗ ਪਈ, ਮਿੱਟੀ ਦੀ ਕੰਧ ਹੈ, ਉੱਤੋਂ ਬਾਰਿਸ਼ ਬੇਇੰਤਹਾ ਹੋ ਰਹੀ। ਹੁਣ ਮਿੱਟੀ ਦੀ ਕੰਧ ਨੂੰ ਬਾਰਿਸ਼ ਵਿੱਚ ਉਸਾਰਨਾ ਕੋਈ ਸ਼ਖਸ ਨਹੀਂ ਹੈ ਜਿਹੜਾ ਤਿਆਰ ਹੋਏਗਾ ਵੀ ਮੈਂ ਉਸਾਰ ਦੇਣਾ। ਮੀਂਹ ਪੈਂਦਾ ਹੋਵੇ, ਮੀਂਹ ਕਰਕੇ ਹੀ ਕੰਧ ਡਿੱਗੀ ਹੋਵੇ, ਤੇ ਫਿਰ ਬਾਰਿਸ਼ ਦੇ ਵਿੱਚ ਹੀ ਉਸ ਕੰਧ ਨੂੰ ਦੁਬਾਰਾ ਉਸਾਰਨਾ ਹੋਵੇ, ਤੇ ਨਾ ਇੱਟਾਂ ਨਾ ਸੀਮੈਂਟ, ਮਿੱਟੀ ਦੀ ਕੰਧ ਨੂੰ ਹੀ ਦੁਬਾਰਾ ਉਸਾਰਨਾ, ਉਹਦੀ ਉਸਾਰੀ ਦੁਬਾਰਾ ਕਰਨੀ। ਤੇ ਕਿਹੜਾ ਸ਼ਖਸ ਹੈ ਜਿਹੜਾ ਕਹੇਗਾ ਵੀ ਮੈਂ ਜਾਨਾ ਮੀਂਹ ਦੇ ਵਿੱਚ ਤਿਆਰ ਕਰਨ? ਬਾਬੇ ਨਾਨਕ ਨੇ ਆਖਿਆ ਲਹਿਣੇ ਕੰਧ ਬਣਾਉਣੀ ਹੈ, ਤੇ ਲਹਿਣੇ ਨੇ ਇਹ ਨਹੀਂ ਕਿਹਾ ਬਾਬਾ ਮੀਂਹ ਰੋਕ ਲੈਣ ਦਿਓ। ਜੇ ਬਣਾਉਣੀ ਹੈ, ਗੁਰੂ ਨਾਨਕ ਸਾਹਿਬ ਨੇ ਆਖਿਆ ਲਹਿਣੇ ਕੰਧ ਖੜੀ ਕਰਨੀ ਹੈ, ਭਾਵੇਂ ਮੀਂਹ ਛੱਡ ਕੇ ਤੂਫਾਨ ਵੀ ਆ ਜਾਏ, ਸੁਨਾਮੀ ਵੀ ਆ ਜਾਏ। ਜੇ ਬਾਬੇ ਨੇ ਕਹਿਤਾ ਨਾ ਵੀ ਕੰਧ ਬਣਾਉਣੀ ਹੈ ਤੇ ਕੰਧ ਖੜੀ ਕਰਨੀ ਹੈ ਲਹਿਣਿਆ, ਗੁਰੂ ਨਾਨਕ ਦੇ ਕਈ ਲਫ਼ਜ਼ ਵਿਅਰਥ ਨਹੀਂ ਜਾਣਗੇ। ਕੰਧ ਖੜੀ ਕਰਨ ਵਿੱਚ ਗੁਰੂ ਨਾਨਕ ਨੇ ਮੈਨੂੰ ਆਖਿਆ ਤੇ ਮੇਰਾ ਫਰਜ਼ ਬਣਦਾ ਮੈਂ ਕੰਧ ਖੜੀ ਕਰਾਂ, ਤੇ ਉਹ ਕਿਵੇਂ ਖੜੀ ਹੋਣੀ ਹੈ ਕਿਵੇਂ ਨਹੀਂ, ਇਹ ਚਿੰਤਾ ਗੁਰੂ ਨਾਨਕ ਦੀ ਹੈ। ਮੇਰਾ ਫਰਜ਼ ਇੰਨਾ ਵੀ ਮੈਨੂੰ ਸਿਰਫ ਉਸਾਰਨ ਲਈ ਕਿਹਾ, ਕੋਈ ਤਰਕ ਨਹੀਂ। ਪਰ ਇਹ ਖੇਡ ਉਦੋਂ ਵਰਤਦੀ ਜਿਸ ਨੂੰ ਲਾਏ ਤਿਸ ਲੱਗੈ। ਲੱਗੀ ਤਾਂ ਪ੍ਰਵਾਨ, ਕਹਿੰਦੇ ਫੇਰੀ ਪ੍ਰਵਾਨ ਹੈ। ਤੇ ਪਿਰਮ ਪੈਕਾਮ ਨਾ ਨਿਕਲੈ, ਲਾਇਆ ਤਿੰਨ
ਸੁਜਾਨ। ਤੇ ਸਤਿਗੁਰੂ ਕਹਿੰਦੇ ਪ੍ਰੇਮ ਦਾ ਜਿਹੜਾ ਪਿਰਮ ਹੈ ਨਾ, ਪੈਕਾਮ, ਪੈਕਾਮ ਲਫ਼ਜ਼ ਫਾਰਸੀ ਦਾ ਹੈ, ਫਾਰਸੀ ਭਾਸ਼ਾ ਦਾ ਇਹ ਸ਼ਬਦ ਹੈ। ਅਸਲ ਦੇ ਅੰਦਰ ਹੈ ਪੈਕਾਨ, ਪੈਕਾਨ ਤੋਂ ਪੈਕਾਮ ਬਣਿਆ। ਪੈਕਾਨ ਦਾ ਮਤਲਬ ਹੈ ਤੀਰ। ਜਿਹੜਾ ਪ੍ਰੇਮ ਦਾ ਤੀਰ ਲੱਗ ਜਾਂਦਾ ਹੈ ਨਾ ਨਿਕਲੇ, ਫਿਰ ਉਹ ਨਿਕਲਦਾ ਨਹੀਂ। ਬਸ ਪ੍ਰੇਮ ਦਾ ਤੀਰ ਲੱਗਣ ਦੀ ਦੇਰ ਹੈ। ਪਿਰਮ ਪੈਕਾਮ ਨਾ ਨਿਕਲੇ ਲਾਇਆ ਤਿੰਨ ਸੁਜਾਨ, ਕਿਉਂਕਿ ਲਾਉਣ ਵਾਲਾ ਵੀ ਬੜਾ ਸੁਜਾਨ ਹੈ। ਸੁਜਾਨ ਨੇ ਤੀਰ ਮਾਰਿਆ ਤੇ ਮਾਰਿਆ ਵੀ ਐਸੀ ਥਾਂ ਦੇ ਉੱਤੇ ਹੈ, ਬੜਾ ਵਿਚਾਰ ਕੇ, ਨਿਸ਼ਾਨਾ ਵਿੰਨ ਕੇ ਮਾਰਿਆ। ਉਸ ਵੱਜੇ ਹੋਏ ਤੀਰ ਨੇ ਛੇਕ ਪਾਇਆ, ਹੁਣ ਉਹ ਤੀਰ ਨਿਕਲ ਨਹੀਂ ਸਕਦਾ। ਤੇ ਉਹ ਜਦੋਂ ਤੀਰ ਵੱਜ ਕੇ ਉਹਨੇ ਛੇਕ ਪਾਤਾ ਨਾ, ਜਿਹਦੇ ਸੀਨਿਆਂ 'ਚ ਛੇਕ ਪਿਆ, ਉਹ ਹੱਥ ਜੋੜ ਕੇ ਆਖਦਾ, ਅਬ ਹਮ ਚਲੀ ਠਾਕੁਰ ਪਹਿਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ, ਪ੍ਰਭੂ ਭਾਵੇਂ ਮਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਹੁਣ ਨਹੀਂ ਮੈਂ ਆਪਣਾ ਆਪਾ ਪਿੱਛੇ ਖਿੱਚਣਾ, ਕਿਉਂਕਿ ਪ੍ਰੇਮ ਕਾ ਸਰ ਲੱਗਾ ਹੀ ਇਸ ਢੰਗ ਨਾਲ ਹੈ। ਲਾਉਣ ਵਾਲਾ ਵੀ ਬੜਾ ਸੁਜਾਨ ਸੀ, ਉਹਨੇ ਲਾਇਆ ਵੀ ਐਨ ਨਿਸ਼ਾਨਾ ਵਿੰਨ ਕੇ ਟਿਕਾਣੇ ਉੱਤੇ, ਔਰ ਲੱਗਾ ਵੀ ਐਸਾ ਵੀ ਹੁਣ ਉਹ ਤੀਰ ਜੇ ਕੋਈ ਕੱਢਣਾ ਵੀ ਚਾਹੇ ਨਾ ਤੇ ਉਹ ਨਿਕਲਦਾ ਨਹੀਂ ਹੈ। ਉਹ ਲੱਗਾ ਹੀ ਇਸ ਢੰਗ ਨਾਲ ਹੈ। ਹੁਣ ਜੇ ਉਹਨੂੰ ਕੋਈ ਖਿੱਚਣ ਦਾ ਯਤਨ ਕਰੇਗਾ ਤੇ ਫਿਰ ਮੌਤ ਹੈ, ਉਹ ਤੋਂ ਬਿਨਾਂ ਕੁਛ ਨਹੀਂ। ਆ ਲੱਗੇ ਹੋਏ ਤੀਰ ਦੀ ਨਿਸ਼ਾਨੀ ਹੈ, ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ, ਹਉ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ। ਆ ਲੱਗੇ ਤੀਰ ਦੀ ਨਿਸ਼ਾਨੀ ਹੈ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਜਿਨ੍ਹਾਂ ਦੇ ਹਿਰਦਿਆਂ ਵਿੱਚ ਪ੍ਰੇਮ ਦਾ ਸਰ ਲੱਗ ਗਿਆ, ਪੈਕਾਨ ਲੱਗ ਗਿਆ, ਫਿਰ ਸਤਿਗੁਰੂ ਕਹਿੰਦੇ ਉਹ ਲੱਗਿਆ ਹੋਇਆ ਪੈਕਾਨ ਕਦੇ ਨਿਕਲਦਾ ਨਹੀਂ, ਕਿਉਂਕਿ ਲਾਉਣ ਵਾਲਾ ਬੜਾ ਸੁਜਾਨ, ਤੇ ਉਹਨੇ ਲਾਇਆ ਵੀ ਨਿਸ਼ਾਨਾ ਵਿੰਨ ਕੇ ਹੈ, ਔਰ ਲੱਗਾ ਵੀ ਉਹ ਬਾਣ ਟਿਕਾਣੇ ਉੱਤੇ ਹੈ। ਹੁਣ ਜੇ ਬਾਣ ਖਿੱਚਿਆ ਜਾਂਦਾ ਹੈ ਤੇ ਮੌਤ ਹੈ, ਜ਼ਿੰਦਗੀ ਮੁੱਕ ਜਾਏਗੀ। ਅਸਲ ਦੇ ਅੰਦਰ ਉਹ ਬਾਣ ਲੱਗਣ ਕਰਕੇ ਜ਼ਿੰਦਗੀ ਮਿਲੀ ਹੈ। ਜੇ ਹੁਣ ਉਹ ਬਾਣ ਖਿੱਚ ਲਿਆ ਗਿਆ, ਹੁਣ ਮੌਤ ਹੋ ਜਾਣੀ, ਫਿਰ ਬਚਾ ਨਹੀਂ। ਉਹ ਲੱਗਿਆ ਬਾਣ ਹੀ ਹੈ ਜਿਹੜਾ ਇਹ ਅਖਵਾਉਂਦਾ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੇ ਖਾਏ ਚੱਲੀਏ ਦੁੱਖ। ਇਹ ਲੱਗਿਆ ਬਾਣ ਅਖਵਾਰਿਆ, ਜਿਹੜਾ ਅੱਜ ਗੁਰੂ ਨਾਨਕ ਸਾਹਿਬ ਜੀ ਨੇ ਜ਼ਿਕਰ ਕਰਦਿਆਂ ਆਖਿਆ ਕਿ ਉਹ ਬਾਣ ਗੁਰੂ ਨੇ ਚਲਾਇਆ। ਉਹ ਪਿਰਮ ਨੇ ਬਾਣ ਐਸਾ ਚਲਾਇਆ ਕਿ ਉਹ ਹਿਰਦੇ 'ਚ ਲੱਗਿਆ, ਉਹ ਲੱਗਦਿਆਂ ਸਾਰੀ ਲੱਗੀ ਤੁਰ ਮਰੈ, ਉਸੇ ਥਾਂ ਉੱਤੇ ਮੇਰਾ ਆਪਾ ਭਾਵ ਖਤਮ ਹੋ ਗਿਆ। ਭਾਂਡਾ ਧੋਵੈ ਕੌਣ ਜੇ ਕੱਚਾ ਸਾਜਿਆ, ਤਾਤੂ ਪੰਜ ਰਲਾਏ ਕੂੜਾ ਪਾਜਿਆ। ਫਿਰ ਸਤਿਗੁਰੂ ਜੀ ਆਖਦੇ ਦੂਜੇ ਸ਼ਲੋਕ ਵਿੱਚ, ਜਿਹੜਾ ਅੱਜ ਬਖਸ਼ਿਸ਼ ਕੀਤਾ, ਕਹਿੰਦੇ ਭਾਂਡਾ ਧੋਵੈ ਕੌਣ ਜੇ ਕੱਚਾ ਸਾਜਿਆ। ਕਈ ਧਾਤਾਂ ਦੇ ਬਰਤਨ ਬਣਦੇ, ਲੋਹੇ ਦੇ ਵੀ ਬਣਾਏ ਗਏ, ਸਟੀਲ ਦੇ ਵੀ ਬਣਾਏ ਗਏ, ਪਿੱਤਲ ਦੇ, ਤਾਂਬੇ ਦੇ, ਸੋਨੇ ਦੇ, ਚਾਂਦੀ ਦੇ, ਬਹੁਤ ਬਣਾਏ। ਹਰ ਬਰਤਨ ਨੂੰ ਧੋਣ ਦਾ ਇੱਕ ਵੱਖਰਾ ਤਰੀਕਾ, ਵੱਖਰਾ ਢੰਗ ਹੈ ਸਾਫ਼ ਕਰਨ ਦਾ। ਪਰ ਮਿੱਟੀ ਦਾ ਬਰਤਨ ਜਿਹੜਾ ਨਾ ਬਣਦੇ ਉਹ ਵੀ ਨੇ, ਇਹ ਨਹੀਂ ਵੀ ਮਿੱਟੀ ਦੇ ਬਰਤਨ ਨਹੀਂ ਬਣੇ, ਬਣੇ ਉਹ ਵੀ, ਪਰ ਉਹਨਾਂ ਨੂੰ ਵੀ ਸੇਕ ਲਾ ਕੇ ਤੇ ਪਕਾਇਆ ਗਿਆ। ਫਿਰ ਉਹ ਬਰਤਨ ਵਰਤੋਂ ਵਿੱਚ ਲਿਆਂਦੇ ਗਏ ਜਿਨ੍ਹਾਂ ਨੂੰ ਸੇਕ ਲੱਗ ਗਿਆ। ਪਰ ਕੱਚੇ ਬਰਤਨ ਕਦੇ ਵਰਤੋਂ ਵਿੱਚ ਨਹੀਂ ਲੈ ਕੇ ਆਂਦੇ ਗਏ। ਖਿਆਲ ਕਰਿਓ, ਮਿੱਟੀ ਦੇ ਬਰਤਨ ਬਣੇ, ਕੁੱਜੇ ਵੀ ਬਣੇ, ਘੜੇ ਵੀ ਬਣੇ, ਬਹੁਤ ਤਰ੍ਹਾਂ ਦੇ ਬਰਤਨ ਬਣਾਏ ਗਏ ਮਿੱਟੀ ਦੇ ਵੀ, ਪਰ ਉਹਨਾਂ ਸਾਰਿਆਂ ਨੂੰ ਆਵੇ ਵਿੱਚ ਰੱਖ ਕੇ ਸੇਕ ਲਾ ਕੇ ਤੇ ਪਕਾਇਆ ਗਿਆ, ਫਿਰ ਪੱਕੇ।
ਉਹ ਤੋਂ ਬਾਅਦ ਵਿੱਚ ਉਹਨਾਂ ਨੂੰ ਵਰਤੋਂ ਵਿੱਚ ਲੈ ਕੇ ਆਂਦਾ। ਘੁਮਿਆਰ ਦੇ ਚੱਕ ਤੇ ਚੜਾਉਣ ਤੋਂ ਬਾਅਦ ਚ ਜਿੰਨਾ ਚਿਰ ਆਵੇ ਦਾ ਸੇਕ ਨਾ ਲੱਗੇ ਉਹਨਾਂ ਚਿਰ ਕਦੇ ਬਰਤਨ ਵਰਤੋਂ ਵਿੱਚ ਨਹੀਂ ਲਿਆਂਦੇ ਜਾਂਦੇ। ਮਿੱਟੀ ਦੇ ਬਰਤਨ ਕੌਣ ਵਰਤਦਾ? ਬਿਨਾਂ ਆਵੇ ਦੇ ਸੇਕ ਤੋਂ। ਪਹਿਲਾਂ ਉਹਨੂੰ ਸੇਕ ਲਾਇਆ ਜਾਂਦਾ, ਫਿਰ ਉਹ ਪੱਕ ਜਾਂਦੇ, ਫਿਰ ਉਹਨੂੰ ਅਗਾਂਹ ਵੇਚਿਆ ਜਾਂਦਾ, ਫਿਰ ਖਰੀਦਣ ਵਾਲਾ ਖਰੀਦਦਾ, ਫਿਰ ਖਰੀਦ ਕੇ ਆਪਣੇ ਘਰ ਲੈ ਕੇ ਆਉਂਦਾ, ਫਿਰ ਵਰਤਦਾ, ਫਿਰ ਉਹਨਾਂ ਦੀ ਵਰਤੋਂ ਕਰਦਾ ਜਿਸ ਕਾਰਜ ਵਾਸਤੇ ਉਹਨੇ ਕਰਨੀ ਹੈ। ਹੁਣ ਸਤਿਗੁਰੂ ਕਹਿੰਦੇ ਭਾਂਡਾ ਧੋਵੈ ਕੌਣ ਜੇ ਕੱਚਾ ਸਾਜਿਆ। ਕੋਈ ਐਸਾ ਬਲ ਨਹੀਂ ਜਿਹੜਾ ਕੱਚੇ ਹੋਏ ਭਾਂਡੇ ਨੂੰ ਧੋ ਸਕਦਾ ਹੋਵੇ। ਕੱਲੀ ਮਿੱਟੀ ਦੇ ਬਰਤਨ ਨੂੰ ਕਿਸੇ ਨਹੀਂ ਧੋਤਾ ਬਿਨਾਂ ਸੇਕ ਤੋਂ। ਜਿੱਥੇ ਮਿੱਟੀ ਜੋੜੀ ਹੋਈ ਨਾ, ਉਹ ਮਿੱਟੀ ਜੋੜੀ ਤੇ ਪਾਣੀ ਪਾਵਾਂਗੇ, ਸੁਭਾਵਿਕ ਜਿਹੀ ਗੱਲ ਹੈ, ਉਹਨੇ ਫਿਰ ਖੁਰ ਜਾਣਾ, ਉਹ ਭਾਂਡੇ ਦੀ ਹੋਂਦ ਵੀ ਮੁੱਕ ਜਾਣੀ ਜਿੰਨਾ ਚਿਰ ਉਹਨੂੰ ਸੇਕ ਨਾ ਲੱਗਾ। ਕਹਿੰਦੇ ਭਾਂਡਾ ਧੋਵੈ ਕੌਣ ਜੇ ਕੱਚਾ ਸਾਜਿਆ, ਧਾਤੂ ਪੰਜ ਰਲਾਏ। ਰੱਬ ਨੇ ਬੜਾ ਵੱਡਾ ਉਪਕਾਰ ਕੀਤਾ। ਆ ਸਾਡੀ ਕਾਇਆ ਜਿਹੜੀ ਨਾ, ਇਹਨੂੰ ਕੱਚਾ ਭਾਂਡਾ ਗੁਰੂ ਸਾਹਿਬ ਨੇ ਦੱਸਿਆ ਵੀ ਇਹ ਕੱਚਾ ਬਰਤਨ ਹੈ। ਤੇ ਐਸਾ ਕੱਚਾ ਬਰਤਨ ਧਾਤੂ ਪੰਜ ਰਲਾਏ, ਉਹਨੇ ਪੰਜ ਤੱਤ ਰਲਾ ਕੇ ਨਾ ਬਣਾ ਤੇ ਦਿੱਤਾ, ਪਰ ਹੈ ਕੂੜਾ ਪਾਜਿਆ। ਇਹ ਵੀ ਇੱਕ ਵਿਖਾਵਾ ਹੀ ਹੈ, ਉਹਨੇ ਬਣਾਤਾ। ਹੁਣ ਇਹ ਬਰਤਨ ਐਸਾ ਹੈ, ਖਿਆਲ ਕਰਿਓ, ਸੰਸਾਰਕ ਤੌਰ ਉੱਤੇ ਮਿੱਟੀ ਨਾਲ ਬਣਿਆ ਬਰਤਨ ਪਾਣੀ ਪਾਵਾਂਗੇ ਖੁਰ ਜਾਏਗਾ। ਖੁਰਨ ਤੋਂ ਬਾਅਦ ਚ ਉਹਦੇ ਪਾਣੀ ਦੇ ਵਿੱਚ ਉਹ ਪਾਣੀ ਸੁਕਾ ਕੇ ਅਸੀਂ ਦੁਬਾਰਾ ਫਿਰ ਉਸ ਮਿੱਟੀ ਦੇ ਬਰਤਨ ਨੂੰ ਦੁਬਾਰਾ ਬਣਾ ਸਕਦੇ ਹਾਂ, ਜਿੰਨਾ ਚਿਰ ਉਹ ਕੱਚਾ ਹੈ। ਘੁਮਿਆਰ ਨੇ ਆਵੇ ਚ ਪਾ ਕੇ ਪਕਾਤਾ। ਹੁਣ ਕੋਈ ਉਮੀਦ ਨਹੀਂ ਵੀ ਟੁੱਟ ਗਿਆ ਤੇ ਦੁਬਾਰਾ ਬਣ ਜਾਏਗਾ। ਹੁਣ ਨਹੀਂ ਉਮੀਦ, ਕਿਉਂਕਿ ਉਹਨੇ ਪਕਾਤਾ। ਹੁਣ ਪੱਕਿਆ ਹੋਇਆ ਬਰਤਨ ਇੱਕ ਵਾਰੀ ਹੱਥੋਂ ਛੁੱਟਿਆ, ਉਹਨੇ ਟੁੱਟਣਾ ਹੀ ਹੈ। ਤੇ ਜੇ ਟੁੱਟ ਗਿਆ, ਘੁਮਿਆਰ ਆਪਣੀ ਸਾਰੀ ਤਾਕਤ ਵਰਤ ਲਏ, ਓਨੀ ਮਿੱਟੀ ਵਿੱਚ ਉਸੇ ਬਰਤਨ ਨੂੰ ਦੁਬਾਰਾ ਨਹੀਂ ਬਣਾ ਸਕਦਾ ਜਿਹੜਾ ਟੁੱਟਿਆ। ਉਹੀ ਬਰਤਨ, ਜਿਹੜੀ ਮਿੱਟੀ ਉਹਦੀ ਖਿਲਰੀ ਹੈ, ਜੋ ਬਰਤਨ ਖਿਲਰਿਆ, ਟੁੱਟਿਆ, ਬਿਖਰਿਆ ਹੈ, ਉਸ ਬਿਖਰੇ ਹੋਏ ਬਰਤਨ ਨੂੰ ਇਕੱਠਿਆਂ ਕਰਕੇ ਦੁਬਾਰਾ ਨਹੀਂ ਬਣਾ ਸਕਦਾ, ਜਿੰਨਾ ਮਰਜ਼ੀ ਜ਼ੋਰ ਲਾ ਲੇ। ਹਾਂ, ਉਦਾਂ ਦਾ ਬਰਤਨ ਹੋਰ ਮਿੱਟੀ ਦੀ ਵਰਤੋਂ ਕਰਕੇ ਉਹ ਬਣਾ ਸਕਦਾ, ਪਰ ਉਹੀ ਮਿੱਟੀ ਵਰਤ ਕੇ ਉਸ ਬਰਤਨ ਨੂੰ ਦੁਬਾਰਾ ਨਹੀਂ ਬਣਾ ਸਕਦਾ। ਸਤਿਗੁਰੂ ਨੇ ਬਾਣੀ 'ਚ ਇੱਕ ਲਫ਼ਜ਼ ਵਰਤਿਆ ਆਪਣੀ ਕਾਇਆ ਦੇ ਲਈ, ਸਰੀਰ ਲਈ। ਸਤਿਗੁਰੂ ਕਹਿੰਦੇ ਰੱਬ ਦਾ ਬਣਾਇਆ ਇੱਕ ਘੜਾ ਹੈ, ਤੇ ਇਸ ਘੜੇ ਦੀ ਅਸਲੀਅਤ ਹੈ ਜਾਂ ਭੱਜੈ ਤਾਂ ਠੀਕਰ ਹੋਵੇ, ਘਾੜਤ ਘੜੀ ਨਾ ਜਾਏ। ਇਹ ਜਦੋਂ ਭੱਜ ਜਾਂਦਾ ਨਾ, ਠਿਕਰੀਆਂ ਬਣ ਜਾਂਦਾ, ਮੁੜ ਕੇ ਇਹਦੀ ਘਾੜਤ ਨਹੀਂ ਘੜੀ ਜਾਂਦੀ, ਫਿਰ ਨਹੀਂ ਦੁਬਾਰਾ ਬਣਦਾ ਹੈ। ਇਹ ਐਸਾ, ਕਿਉਂਕਿ ਸੇਕ ਤੇ ਇਹਨੂੰ ਵੀ ਲੱਗਾ ਨਾ, ਪਕਾਇਆ ਤੇ ਇਹਨੂੰ ਵੀ ਹੈ। ਰੱਬ ਨੇ ਮਾਂ ਦੇ ਗਰਭ ਵਿੱਚ ਰੱਖ ਕੇ ਕੀ ਕੀਤਾ? ਸੇਕ ਹੀ ਲਵਾਇਆ ਨਾ। ਇੱਕ ਆਵਾ ਹੈ, ਉਸ ਘੁਮਿਆਰ ਨੇ ਜੋ ਬਣਾਇਆ, ਉੱਥੇ ਰੱਖ ਕੇ ਲਗਾਤਾਰ ਉਹ ਸੇਕ ਲਵਾਉਂਦਾ, ਫਿਰ ਇਹ ਬਰਤਨ ਪੱਕਦਾ, ਫਿਰ ਇਹਨੂੰ ਸੰਸਾਰ ਤੇ ਉਹ ਜਨਮ ਦਿੰਦਾ। ਹੁਣ ਉਹ ਤੋਂ ਬਾਅਦ ਚ ਕੀ ਹੋਣਾ? ਜਾਂ ਭੱਜੈ ਤਾਂ ਠੀਕਰ ਹੋਵੇ। ਹੁਣ ਇਹਨੇ ਠਿਕਰੀਆਂ ਵਾਂਗੂ ਖਿੱਲਰ ਜਾਣਾ, ਬਿਖਰ ਜਾਣਾ। ਤੇ ਜਿੱਦਣ ਬਿਖਰ ਗਿਆ, ਫਿਰ ਘਾੜਤ ਘੜੀ ਨਾ ਜਾਏ, ਉਦਣ ਕੋਈ ਘਾੜਤ ਨਹੀਂ ਹੈ। ਖੈਰ, ਸਤਿਗੁਰੂ ਜੀ ਆਖਦੇ, ਕਹਿੰਦੇ ਉਸ ਅਕਾਲ ਪੁਰਖ ਨੇ ਧਾਤੂ ਪੰਜ ਰਲਾਈਆਂ ਤੇ ਪੰਜੇ ਧਾਤੂਆਂ ਰਲਾ ਕੇ ਉਹਨੇ ਇੱਕ ਬਰਤਨ ਤਿਆਰ ਕੀਤਾ। ਤੇ ਇਹ ਜਿਹੜਾ ਬਰਤਨ ਹੈ ਨਾ, ਇਹ ਹੈ ਕੇਵਲ ਇੱਕ ਵਿਖਾਵੇ ਮਾਤਰ, ਕੂੜਾ ਹੀ ਪਾਜਿਆ ਹੋਇਆ ਹੈ। ਭਾਂਡਾ ਆਣਗ ਰਾਸ ਜਾਂ ਤਿਸ ਪਾਵਸੀ, ਪਰਮ ਜੋਤ ਜਗਾਏ ਵਾਜਾ ਵਾਵਸੀ। ਹੁਣ ਇਹ ਭਾਂਡਾ ਨਾ ਉਦੋਂ ਹੀ ਰਾਸ ਆਉਂਦਾ ਜਾਂ ਤੇ ਸੁਭਾਵ ਸੀ, ਜਦੋਂ ਉਹਨੂੰ ਪਾ ਜਾਂਦਾ। ਸਰੀਰ ਰੂਪੀ ਭਾਂਡਾ ਹੈ ਇਹ ਕੱਚਾ। ਰਾਸ ਉਦੋਂ ਆਉਂਦਾ ਜਦੋਂ ਉਹਨੂੰ ਪਾ ਜਾਂਦਾ ਹੈ। ਹੁਣ ਕੱਚੇ ਤੋਂ ਭਾਵ ਇੱਥੇ ਝੂਠ ਨਾਲ ਭਰਿਆ ਹੋਇਆ, ਵਿਕਾਰਾਂ ਨਾਲ ਭਰਿਆ ਹੋਇਆ। ਹੁਣ ਇਹ ਵਿਕਾਰਾਂ ਨਾਲ ਭਰਿਆ ਹੋਇਆ ਕੀ ਹੈ? ਕੱਚਾ ਸਾਜਿਆ ਹੋਇਆ। ਇਹਨੂੰ ਧੋਵੇਗਾ ਕੌਣ? ਭਾਂਡਾ ਧੋਵੇ ਕੌਣ?
ਕਿਹੜਾ ਧੋਏਗਾ ਇਹਨੂੰ, ਕਿਉਂਕਿ ਵਿਕਾਰਾਂ ਨਾਲ ਭਰਿਆ। ਜਿੰਨਾ ਮਰਜ਼ੀ ਯਤਨ ਕਰ ਲਈ ਅਸੀਂ ਧੋਣ ਦਾ, ਇਹਨੇ ਫਿਰ ਗੰਦਿਆਂ ਹੀ ਰਹਿਣਾ। ਜਿਵੇਂ ਗੁਰੂ ਨਾਨਕ ਸਾਹਿਬ ਨੇ ਕਦੇ ਲਫ਼ਜ਼ ਵਰਤੇ ਸੀ ਨਾ, ਉਜਲ ਕਹਿਹਾਂ ਚਿਲਕਣਾ ਕੋਟਮ ਕਾਲੜੀ ਮਸ, ਧੋਤਿਆਂ ਝੂਠ ਨਾ ਉਤਰੇ ਜੇ ਸੋ ਧੋਵਾਂ ਤਿਸ। ਜਿੰਨਾ ਮਰਜ਼ੀ ਕੋਈ ਧੋਲੇ, ਉਹਦੀ ਕਾਲਖ ਨਹੀਂ ਕੋਈ ਲਾ ਸਕਦਾ। ਫਿਰ ਸਤਿਗੁਰੂ ਜੀ ਦੀ ਬਾਣੀ ਪੜੋ, ਮਾਲਕ ਕਹਿੰਦੇ ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਆਤਮਲੀਨ ਧੋਤਾ ਹੱਛਾ ਨਾ ਹੋਏ ਸੀ। ਗੁਰਦੁਆਰੇ ਹੋਏ ਸੋਝੀ ਪਾਏ ਸੀ, ਏਤ ਦੁਆਰੇ ਧੋਏ ਹੱਛਾ ਹੋਏ ਸੀ। ਜੇ ਸੱਜਣਾ ਗੁਰੂ ਦੇ ਦਰ ਤੇ ਆ ਕੇ ਸਮਰਪਿਤ ਕਰ ਦੇਂ, ਫਿਰ ਬਰਤਨ ਧੋਵੇਂ ਹੱਛਾ ਹੋ ਜਾਏਗਾ। ਪਰ ਭਾਂਡਾ ਆਤਮਲੀਨ, ਬਹੁਤ ਮਲੀਨ ਹੈ, ਤੂੰ ਜਿੰਨਾ ਮਰਜ਼ੀ ਧੋ ਲੈ, ਧੋਤਾ ਹੱਛਾ ਨਾ ਹੋਏ ਸੀ। ਇਹਨੇ ਹੱਛਿਆ ਨਹੀਂ ਹੋਣਾ। ਕਿਹੜਾ ਹੱਛਾ ਹੁੰਦਾ? ਸ਼ੁਰੂਆਤ 'ਚ ਹੀ ਆਖਿਆ ਸੀ, ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ, ਜੋ ਉਹਨੂੰ ਭਾ ਜਾਏ ਉਹੀ ਹੱਛਾ ਹੈ। ਨਹੀਂ ਤੇ ਬਾਬਾ ਕਬੀਰ ਸਾਹਿਬ ਨੂੰ ਪੜੋ, ਕਹਿੰਦੇ ਇਹਦੀ ਝੂਠ ਤੇ ਕਦੇ ਲੱਥ ਹੀ ਨਹੀਂ ਸਕਦੀ। ਜਿੰਨਾ ਇਹ ਗੰਦਾ ਹੈ ਨਾ, ਇਹ ਹੱਛਾ ਹੋ ਹੀ ਨਹੀਂ ਸਕਦਾ, ਕਿਉਂਕਿ ਇਹਦੀ ਆਰੰਭਤਾ ਹੀ ਝੂਠ ਤੋਂ ਹੋਈ ਹੈ। ਮਾਤਾ ਝੂਠੀ ਪਿਤਾ ਪੀ ਝੂਠਾ, ਝੂਠੇ ਹੀ ਫਲ ਲਾਗੇ, ਆਵੇਂ ਝੂਠੇ ਜਾਹੇ ਭੇ ਝੂਠੇ, ਝੂਠੇ ਮਰੈ ਅਭਾਗੇ। ਕਹੋ ਪੰਡਿਤ ਸੂਚਾ ਕਵਨ ਥਾਉ, ਜਹਾਂ ਬੈਸ ਹੋਂ ਭੋਜਨ ਖਾਓ। ਕਹਿੰਦੇ ਉਹ ਕਿਹੜਾ ਥਾਂ ਹੈ ਜਿੱਥੇ ਦਾਵਾ ਕਰਕੇ ਕਿਹਾ ਜਾ ਸਕੇ ਵੀ ਇੱਥੇ ਸੁਚਮਤਾ, ਇੱਥੇ ਝੂਠ ਨਹੀਂ ਹੈ। ਫਿਰ ਬਾਬੇ ਨਾਨਕ ਨੂੰ ਪੜੋ, ਗੁਰੂ ਨਾਨਕ ਸਾਹਿਬ ਕਹਿੰਦੇ ਸੁੱਚ ਹੋਵੇ ਤਾਂ, ਸੁੱਚ ਹੁੰਦੀ ਹੀ ਉਦੋਂ ਹੈ ਜਦੋਂ ਸੱਚ ਪਾਈ ਹੈ। ਸੱਚ ਮਿਲ ਜਾਏ ਸੁਚਮਤਾ ਆਉਂਦੀ, ਸੱਚ ਤੋਂ ਬਿਨਾ ਸੁਚਮਤਾ ਨਹੀਂ ਹੈ, ਜਿੰਨਾ ਮਰਜ਼ੀ ਯਤਨ ਕਰ ਲਈਏ। ਮਤਲਬ ਸਾਡਾ ਸਰੀਰ ਰੂਪੀ ਬਰਤਨ ਉਦਣ ਹੀ ਹੱਛਾ ਹੋਏਗਾ ਜਿੱਦਣ ਇਸ ਬਰਤਨ ਨੂੰ ਗੁਰੂ ਆਪ ਕਿਰਪਾ ਕਰਕੇ ਹੱਛਿਆਂ ਕਰ ਦਏਗਾ, ਉਦੋਂ ਬਿਨਾ ਨਹੀਂ। ਅਸੀਂ ਜਿੰਨਾ ਮਰਜ਼ੀ ਯਤਨ ਕੋਸ਼ਿਸ਼ ਕਰ ਲਈਏ, ਸਾਡੀ ਕੀਤੀ ਹੋਈ ਹਰ ਕੋਸ਼ਿਸ਼ ਵਿਅਰਥ ਤੇ ਅਜ਼ਾਈਂ ਚਲੇ ਜਾਏਗੀ, ਕਿਉਂਕਿ ਬਰਤਨ ਮਲੀਨ ਬਹੁਤ ਹੈ। ਤੇ ਜਿੰਨਾ ਇਹ ਮਲੀਨ ਹੈ, ਉਨਾ ਹੀ ਇਹਨੂੰ ਧੋਣ ਦੇ ਲਈ ਤਰੀਕਾ ਤੇ ਢੰਗ ਚਾਹੀਦਾ। ਸਾਡਾ ਵਰਤਿਆ ਤਰੀਕਾ ਮਲੀਨਤਾ ਵਧਾ ਤੇ ਸਕਦਾ, ਘਟਾ ਨਹੀਂ ਜੇ ਸਕਦਾ। ਗੁਰੂ ਨਾਨਕ ਸਾਹਿਬ ਨੇ ਆਖਿਆ, ਕਹਿੰਦੇ ਭਾਂਡਾ ਆਣਗ ਰਾਸ, ਰਾਸ ਆ ਜਾਂਦਾ ਹੈ, ਸਾਫ਼ ਹੋ ਜਾਂਦਾ। ਇਹ ਨਹੀਂ ਵੀ ਇਹ ਸਾਫ਼ ਨਹੀਂ ਹੁੰਦਾ, ਇਹ ਰਾਸ ਆ ਜਾਂਦਾ ਹੈ। ਰਾਸ ਤੋਂ ਮਤਲਬ ਸਹੀ ਹੋ ਜਾਣਾ, ਠੀਕ ਹੋ ਜਾਣਾ। ਪਰ ਆਉਂਦਾ ਉਦੋਂ ਹੈ ਜਾਂ ਤੇ ਸੁਭਾਵ ਸੀ, ਜਦੋਂ ਉਹਨੂੰ ਪਾ ਜਾਂਦਾ ਹੈ। ਫਿਰ ਜਦੋਂ ਉਹਨੂੰ ਪਾ ਜਾਂਦਾ ਹੈ ਨਾ, ਪਰਮ ਜੋਤ ਜਾਗ ਆਏ, ਕਹਿੰਦੇ ਫਿਰ ਉਹ ਇੱਕ ਉੱਚੀ ਅਵਸਥਾ ਜਿਹੜੀ ਨਾ ਉਹ ਜੀਵ ਨੂੰ ਦਿੰਦਾ। ਤੇ ਜਿਹੜੀ ਉਹ ਉੱਚੀ ਅਵਸਥਾ ਨਾ, ਵਾਜਾ ਵਾਪਸੀ, ਫਿਰ ਅੰਦਰ ਇੱਕ ਪ੍ਰਭੂ ਦੇ ਪ੍ਰੇਮ ਦਾ ਖੇਡ ਕਹਿ ਲਓ, ਪ੍ਰਭੂ ਦੀ ਯਾਦ ਦਾ ਵਾਜਾ ਕਹਿ ਲਓ, ਨਾਦ ਕਹਿ ਲਓ, ਉਹ ਉਪਜਦਾ ਜਦੋਂ ਕਿਤੇ ਇਹ ਬਰਤਨ ਸਾਫ਼ ਸੁਥਰਾ ਹੋ ਕੇ ਤੇ ਭਾ ਜਾਂਦਾ ਹੈ। ਮਤਲਬ ਜਦੋਂ ਭਾ ਜਾਂਦਾ ਉਦੋਂ ਸਾਫ਼ ਸੁਥਰਾ ਹੋ ਗਿਆ। ਹੁਣ ਸੁਥਰਾ ਹੋਇਆ ਬਰਤਨ, ਫਿਰ ਇਹਦੇ ਚੋਂ ਆਵਾਜ਼ ਪੈਦਾ ਹੁੰਦੀ, ਕੱਚੇ ਤੋਂ ਪੱਕੇ ਵੱਲ ਵਧਣਾ। ਜਿੰਨਾ ਚਿਰ ਕੱਚਾ ਸੀ, ਧੋਵੇ ਕੌਣ? ਉਹਨਾਂ ਚਿਰ ਕੌਣ ਧੋ ਸਕਦਾ ਸੀ? ਜਿੱਦਣ ਉਹਨੂੰ ਰਾਸ ਆ ਗਿਆ, ਜਿੱਦਣ ਉਹਨੇ ਰਾਸ ਕਰਤਾ, ਭਾ ਗਿਆ, ਉਦਣ ਇਹ ਬਰਤਨ ਪੱਕਾ ਹੋ ਗਿਆ, ਮਤਲਬ ਸਾਫ਼ ਤੇ ਸੁਥਰਾ ਹੋ ਗਿਆ। ਹੁਣ ਜਿੱਦਣ ਸੁਥਰਾ ਹੋ ਗਿਆ, ਉਦਣ ਅੰਦਰ ਨਾਦ ਵੱਜੇਗਾ, ਉਦਣ ਆਵਾਜ਼ ਪੈਦਾ ਹੋਏਗੀ। ਜਿਹਨੂੰ ਸੌਖੇ ਜਿਹੇ ਲਫ਼ਜ਼ਾਂ 'ਚ ਆਪਾਂ ਸੰਸਾਰਕ ਤੌਰ ਤੇ ਸਮਝੀਏ, ਅੱਜ ਦੇ ਸਮੇਂ ਵਿੱਚ ਮਿਊਜ਼ੀਕਲ ਇੰਸਟਰੂਮੈਂਟਸ ਬਹੁਤ ਨੇ, ਬੜੇ ਤਰੀਕਿਆਂ ਨਾਲ ਵਜਾਏ ਜਾਂਦੇ। ਪਰ ਥੋੜਾ ਜਿਹਾ ਪਿਛੋਕੜ ਵਿੱਚ ਚਲੇ ਜਾਈਏ ਨਾ, ਤੇ ਘੜੇ ਨੂੰ ਵੀ ਇੱਕ ਸਾਜ਼ ਵਜੋਂ ਵਰਤਿਆ ਜਾਂਦਾ ਸੀ, ਪਰ ਉਹ ਵਰਤਿਆ ਪੱਕਾ ਘੜਾ ਜਾਂਦਾ ਸੀ। ਪੱਕਾ ਮਤਲਬ ਜਿਹੜਾ ਮਿੱਟੀ ਦਾ ਤੇ ਹੈ, ਪਰ ਆਵੇ ਵਿੱਚ ਸੇਕਿਆ ਹੋਇਆ, ਉਹਨੂੰ ਵਜਾਇਆ ਜਾਂਦਾ ਸੀ ਇੱਕ ਸਾਜ਼ ਵਜੋਂ। ਤੇ ਫਿਰ ਉਹਦੇ ਚੋਂ ਆਵਾਜ਼ ਪੈਦਾ ਹੁੰਦੀ ਸੀ। ਉਹ ਨਾਦ ਬੜਾ ਮਿੱਠਾ ਜਿਹਾ, ਆਵਾਜ਼ ਬੜੀ ਮਿੱਠੀ ਜਿਹੀ, ਉਹਨੇ ਕੰਨਾਂ ਨੂੰ ਮੋਹਿਤ ਕਰਨਾ। ਉਹੀ ਆਵਾਜ਼ ਹੈ ਜਦੋਂ ਘੰਡੇ ਹੇੜੇ ਸਾਜ਼ ਦਾ ਰੂਪ ਧਾਰਨ ਕਰਦੀ ਹੈ, ਤੇ ਉਹ ਹਿਰਨ ਦੇ ਕੰਨਾਂ ਨੂੰ ਮੋਹਿਤ ਕਰਦੀ। ਉਹ ਘੰਡਾ ਹੇੜਾ ਸਾਜ਼ ਵੀ ਘੜੇ ਤੋਂ ਤਿਆਰ ਕੀਤਾ ਜਾਂਦਾ।
ਭਾਈ ਕਾਨ ਸਿੰਘ ਨਾਭਾ ਨੂੰ ਜਦੋਂ ਪੜ੍ਹੋਗੇ ਨਾ ਤੇ ਉਹਨਾਂ ਬੜਾ ਪਿਆਰਾ ਜ਼ਿਕਰ ਕੀਤਾ, ਘੰਡੇ ਹੱਡੇ ਸਾਜ ਦੀ ਬਣਤਰ ਦਿਖਾਈ ਉਹਨਾਂ, ਤੇ ਬਣਤਰ ਦੱਸਦਿਆਂ ਉਹਨਾਂ ਇਹ ਆਖਿਆ ਵੀ ਘੜੇ ਦਾ ਜਿਹੜਾ ਮੂੰਹ ਨਾ ਉਹਨੂੰ ਮੜ ਲਿਆ ਜਾਂਦਾ ਸੀ, ਇੱਕ ਵਸਤੂ ਨਾਲ ਮੜ ਲਿਆ ਜਾਣਾ, ਉਹਦੇ ਵਿੱਚ ਛੇਕ ਕਰ ਲਿਆ ਜਾਣਾ, ਛੇਕ ਕਰਕੇ ਤੇ ਇੱਕ ਡੱਕਾ ਲੈ ਕੇ ਨਾ ਫਿਰ ਉਹਦੇ ਵਿੱਚ ਉਹਨੂੰ ਫੇਰਿਆ ਜਾਣਾ, ਤੇ ਉਹਦੇ ਵਿੱਚੋਂ ਇੱਕ ਨਾਦ ਪੈਦਾ ਹੋਣਾ, ਆਵਾਜ਼ ਪੈਦਾ ਹੋਣੀ। ਉਹ ਜਿਹੜੀ ਆਵਾਜ਼ ਪੈਦਾ ਹੋਣੀ, ਉਹ ਆਵਾਜ਼ ਨੇ ਹਿਰਨ ਦੇ ਕੰਨਾਂ ਨੂੰ ਆਕਰਸ਼ਿਤ ਕਰਨਾ, ਤੇ ਹਿਰਨ ਦੌੜਿਆ ਹੋਇਆ ਉਹਦੇ ਵੱਲ ਭੱਜਿਆ ਆਉਂਦਾ ਮੋਹਿਤ ਹੋ ਕੇ। ਮੈਂ ਇਹ ਤਾਂ ਸ਼ਬਦ ਲਫ਼ਜ਼ ਵਰਤ ਰਿਹਾ ਵੀ ਸਾਡਾ ਆ ਸਰੀਰ ਰੂਪੀ ਘੜਾ ਕੱਚਾ ਹੈ, ਉਹਨਾਂ ਚਿਰ ਇਹ ਨਹੀਂ ਧੋਤਾ ਜਾ ਸਕਦਾ ਜਿੰਨਾ ਚਿਰ ਰਾਸ ਨਹੀਂ ਆ ਜਾਂਦਾ। ਮਤਲਬ ਜਿੱਦਣ ਗੁਰੂ ਨੂੰ ਭਾ ਗਿਆ ਉਦਣ ਇਹ ਰਾਸ ਆ ਗਿਆ, ਜਿੱਦਣ ਰਾਸ ਆਇਆ ਹੁਣ ਅੰਦਰ ਕੀ ਹੈ, ਪੱਕ ਗਿਆ। ਜਦੋਂ ਪੱਕਿਆ ਤੇ ਅੰਦਰ ਨਾਦ ਪੈਦਾ ਹੋਣਗੇ, ਮਤਲਬ ਹੁਣ ਇਹਨੇ ਵੱਜਣ ਲੱਗ ਜਾਣਾ। ਜਦੋਂ ਵੱਜੇਗਾ ਤੇ ਫਿਰ ਵਾਜੇ ਪੰਜ ਸ਼ਬਦ ਤੇ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕਮਾਰਿਆ। ਵਿਕਾਰਾਂ ਕਰਕੇ ਹੀ ਕੱਚਾ ਸੀ ਨਾ, ਹੁਣ ਕੀ ਹੋਇਆ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕਮਾਰਿਆ। ਹੁਣ ਉਹੀ ਭਾਂਡਾ ਹੈ ਜਿਸ ਬਰਤਨ ਦੀ ਕਦੇ ਸਤਿਗੁਰੂ ਜੀ ਬਾਤ ਕਰਦੇ ਆਖਦੇ, ਜਿੰਨਾ ਬਾਤ ਕੋ ਬਹੁਤ ਅੰਦੇਸਰੋ ਤੇ ਮਿਟੇ ਸਭ ਗਿਆ, ਸਹਿਜ ਸੈਨ ਅਰ ਸੁਖਮਨ ਨਾਰੀ ਊਦ ਕਮਲ ਬਿਗਸਇਆ, ਦੇਖੋ ਅਚਰਜ ਭਇਆ, ਜਿਹੇ ਠਾਕੁਰ ਕੋ ਸੁਨਤ ਅਗਾਧ ਬੋਧ, ਸੋ ਹਿਰਦੈ ਗੁਰਦਇਆ। ਫਿਰ ਕਹਿੰਦੇ ਜੋਏ ਦੂਤ ਮੋਹੇ ਬਹੁਤ ਸੰਤਾਵਤ, ਤੇ ਭਿਆਨਕ ਭਇਆ, ਉਹ ਮੇਰੇ ਤੋਂ ਡਰ ਕੇ ਰਹਿਣ ਲੱਗ ਪਏ, ਔਰ ਮੇਰੇ ਤੋਂ ਡਰਦਿਆਂ ਹੋਇਆਂ ਆਖਦੇ ਨੇ, ਕਰੈ ਬੇਨਤੀ ਰਾਖ ਠਾਕੁਰ ਤੇ, ਹਮ ਤੇਰੀ ਸ਼ਰਨਇਆ, ਤੂੰ ਜਿਵੇਂ ਕਹੇਂਗਾ ਅਸੀਂ ਉਵੇਂ ਹੀ ਚੱਲਾਂਗੇ। ਉਹ ਮੇਰੇ ਅੱਗੇ ਅਰਦਾਸਾਂ ਕਰਦੇ ਪਏ, ਸਾਨੂੰ ਬਚਾ ਲਾ, ਸਾਨੂੰ ਰੱਖ ਲਾ, ਕਿਉਂਕਿ ਅਸੀਂ ਤੇਰੀ ਸ਼ਰਨ 'ਚ ਆਏ ਆ, ਰੱਬ ਕੋਲੋਂ ਸਾਨੂੰ ਰੱਖ ਲਾ, ਉਹਦੇ ਕੋਲੋਂ ਸਾਨੂੰ ਬਚਾ ਲਾ। ਹੁਣ ਇਹੀ ਵਿਕਾਰ ਨੇ ਜਿਹੜੇ ਕਦੇ ਸਤਾਉਂਦੇ ਸਨ। ਜੋਏ ਦੂਤ ਮੋਹੇ ਬਹੁਤ ਸੰਤਾਵਤ, ਕਹਿੰਦੇ ਬਹੁਤ ਸਤਾਇਆ ਇਹਨਾਂ ਨੇ। ਹੁਣ ਜਿੱਦਣ ਦਾ ਕਹਿੰਦੇ ਗੁਰੂ ਨਾਲ ਪ੍ਰੇਮ ਬਣਿਆ ਨਾ, ਭਾਂਡਾ ਆਣਗ ਰਾਸ, ਜਿੱਦਣ ਦਾ ਭਾਂਡਾ ਰਾਸ ਆ ਗਿਆ ਉਦਣ ਦਾ ਤੇ ਭਿਆਨਕ ਪਿਆ, ਉਹ ਮੇਰੇ ਤੋਂ ਡਰਨ ਲੱਗ ਪਏ। ਹੁਣ ਉਹ ਡਰਦਿਆਂ ਹੋਇਆਂ, ਕਦੇ ਮੈਂ ਉਹਨਾਂ ਅੱਗੇ ਮੱਥਾ ਟੇਕਦਾ ਸੀ, ਕਦੇ ਮੈਂ ਉਹਨਾਂ ਦੇ ਭਾਣੇ 'ਚ ਚੱਲਦਾ, ਉਹਨਾਂ ਦੀ ਰਜ਼ਾ 'ਚ ਚੱਲਦਾ ਸਾਂ, ਹੁਣ ਉਹ ਮੇਰੇ ਅੱਗੇ ਹੱਥ ਜੋੜ ਜੋੜ ਕਹਿੰਦੇ ਸਾਨੂੰ ਰੱਖ ਲਾ, ਅਸੀਂ ਤੇਰੀ ਸ਼ਰਨ 'ਚ, ਜਿਵੇਂ ਕਹੇਗਾ ਉਵੇਂ ਹੀ ਕਰਾਂਗੇ। ਉਹ ਡਰ ਗਏ, ਇੰਨਾ ਕੁ ਡਰ ਗਏ ਕਿਉਂਕਿ ਮੈਂ ਗੁਰੂ ਨੂੰ ਚੰਗਾ ਲੱਗਣ ਲੱਗ ਪਿਆ, ਗੁਰੂ ਨੂੰ ਪਾ ਗਿਆ। ਬਸ ਆਹੀ ਖੇਡ ਹੈ ਗੁਰੂ ਨੂੰ ਪਾ ਜਾਣ ਦੀ। ਤੇ ਜਿਨ੍ਹਾਂ ਦੇ ਹਿਰਦਿਆਂ 'ਚ ਪ੍ਰੇਮ ਕੇ ਸਰ ਲੱਗਦੇ ਨੇ, ਉਹ ਉਹਨਾਂ ਹਿਰਦਿਆਂ ਵਿੱਚੋਂ ਕਦੇ ਪ੍ਰੇਮ ਕੇ ਸਰ ਨਿਕਲੇ ਨਹੀਂ। ਫਿਰ ਉਹੀ ਪ੍ਰੇਮ ਦੇ ਸਰ ਵਾਲੇ ਜਿਨ੍ਹਾਂ ਨੇ ਸੀਨਿਆਂ 'ਚ ਖਿੱਚ ਖਾਦੀ, ਉਹ ਪ੍ਰੇਮ ਦੇ ਵੱਜੇ ਹੋਏ ਫਿਰ ਮਾਲਕ ਦੇ ਦਰ ਤੇ ਪ੍ਰਵਾਨੇ ਜਾਂਦੇ। ਤੇ ਜਿਹੜਾ ਮਾਲਕ ਦੇ ਦਰ ਤੇ ਪ੍ਰੇਮ ਦਾ ਵੱਜਿਆ, ਪ੍ਰਵਾਨਿਆ ਗਿਆ, ਭਾਂਡਾ ਵੀ ਉਹੀ ਰਾਸ ਆਉਂਦਾ ਜਿਹੜਾ ਉਹਦੇ ਦਰ ਤੇ ਪ੍ਰਵਾਨ ਹੋ ਜਾਂਦਾ ਹੈ। ਗੁਰੂ ਕਿਤੇ ਰਹਿਮਤ ਕਰੇ, ਸਾਨੂੰ ਵੀ ਆਪਣੇ ਆ ਸਰੀਰ ਰੂਪੀ ਬਰਤਨਾਂ ਨੂੰ ਗੁਰੂ ਦੇ ਅਨੁਸਾਰ ਕਿਤੇ ਹੱਛਾ ਕਰਨ ਦੀ ਜਾਚ ਆ ਜਾਏ, ਤਾਂ ਜੋ ਇਸ ਬਰਤਨ ਵਿੱਚੋਂ ਅਸੀਂ ਵੀ ਰੱਬ ਦਾ ਸ਼ਬਦ ਰੂਪੀ ਤੱਤ ਜਿਹੜਾ ਉਹਨੂੰ ਹਾਸਲ ਕਰ ਸਕੀਏ। ਜਿਹਨੂੰ ਸਤਿਗੁਰੂ ਆਖਦੇ, ਭਾਂਡਾ ਧੋਏ ਬੈਸ ਧੂਪ ਦੇਵੋ, ਤਾਉ ਦੂਧੈ ਕੋ ਜਾਵੋ, ਦੂਧ ਕਰਮ ਫੁਨ ਸੁਰਤ ਸਮਾਏ ਨ ਹੋਏ ਨਿਰਾਸ ਜਮਾਵੋ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ, ਇਹ ਮਨ ਈਟੀ ਹਾਥ ਕਰੋ ਫੁਨ ਨੇਤਰੋ ਨੀਂਦ ਨਾ ਆਵੈ, ਰਸਨਾ ਨਾਮ ਜਪੋ ਤਬ ਮਥੀਐ ਇਨ ਬਿਦ ਅੰਮ੍ਰਿਤ ਪਾਵੋ। ਕਿਤੇ ਆਹ ਤਰੀਕੇ ਨਾਲ ਸਾਨੂੰ ਵੀ ਇਸ ਬਰਤਨ ਵਿੱਚੋਂ ਅੰਮ੍ਰਿਤ ਹਾਸਲ ਕਰਨ ਦੀ ਜਾਚ ਆ ਜਾਏ, ਤੇ ਆ ਸਾਡਾ ਬਰਤਨ ਉਸ ਮਾਲਕ ਦੇ ਦਰ ਤੇ ਪਰਵਾਨੇ ਆ ਜਾਏ, ਕਬੂਲ ਪੈ ਜਾਏ। ਗੁਰੂ ਅੱਗੇ ਹਰ ਵਕਤ ਅਰਦਾਸ ਅਰਜ਼ੋਈਆਂ ਕਰਦੇ ਰਿਹਾ ਕਰੋ। ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ,
ਨਾਨਕ ਚਾਓ ਇਹੋ, ਨਾਨਕ ਚਾਓ ਇਹੋ। ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰ ਲੈਣ। ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰਾਂ ਦੇ ਪਾਵਨ ਉਪਦੇਸ਼ ਆਪਣੇ ਹਿਰਦੇ ਵਿੱਚ ਵਸਾ ਲਈਏ। ਭਾਂਡਾ ਆਣਗ ਰਾਸ ਜਾਂ ਤਿਸ ਪਾਵਸੀ, ਪਰਮ ਜੋਤ ਜਗਾਏ ਵਾਜਾ ਵਾਵਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।